जोत एक छोटा सा चिट्ठी तेरे पीछे भी आऊंगा। चाय पियोगे? पिंडे नहीं। हाँ जी स्टूडेंट्स, गुड इवनिंग। हाउ आर यू ऑल? फाइन सर, हाउ आर यू? आई एम फाइन। आज ठीक है जी, बिल्कुल। मैं दो डॉक्टर चेंज किए, दूसरे डॉक्टर तो जाके कितने मेडिसिन ਲਈ है ਤੇ ਉਹਦੇ ਨਾਲ ਫਰਕ ਪਿਆਗਾ। ਅੱਜ ठीक है, बिल्कुल तंदुरुस्त है। हाँ जी, और एक और स्टूडेंट आ रहा था, सुखवीर। कौन आ रहा है? सुमन, संदीप, प्रियंका, मंशु, जसनूर, जशनप्रीत, सारे आ गए हैं। कमल भी आ गए। रिपन रहेगी, रिपनप्रीत नहीं आई है ना? सुरिंदर सिंह। हाँ जी, एक ਤਾਂ ਤੁਹਾਡੇ ਵਾਸਤੇ ਇਨਫੋਰਮੇਸ਼ਨ ਸੀਗੀ। ਜਿਵੇਂ ਦੇਖੋ, ਤੁਹਾਨੂੰ ਸਭ ਨੂੰ ਪਤਾ ਹੈ ਵੀ ਆਪਣੀ ਜਿਹੜੀ ਫਸਟ ਏ ਹੈ ਇਲੈਕਟ੍ਰੋਸਟੈਟਿਕ ਦਾ ਏ ਪਾਰਟ, ਜਿਹਦੇ ਵਿੱਚ ਅਸੀਂ ਕੂਲਮ ਲਾਅ ਪੜਿਆ ਸੀਗਾ, ਉਹ ਕੰਪਲੀਟ ਹੋ ਚੁੱਕਿਆ ਤੇ ਉਹਦੇ ਤੁਹਾਨੂੰ ਨੋਟਸ ਮੈਂ ਪ੍ਰੋਵਾਈਡ ਕਰਤੇ ਸੀ ਹਨਾ। ਤਾਂ ਜਿਹੜਾ ਆਪਣਾ ਪਾਰਟ ਚੱਲ ਰਿਹਾ ਇਲੈਕਟ੍ਰੋਸਟੈਟਿਕ, ਤੁਹਾਨੂੰ ਪਤਾ ਵੀ ਇੰਸਟੀਚਿਊਟ ਤਾਂ ਬੰਦ ਨੇ, ਠੀਕ ਹੈ, ਕਲਾਸਿਸ ਲਗਾ ਨਹੀਂ ਸਕਦੇ। ਜੇ ਲਗਾਉਣੇ ਆ ਤਾਂ ਦਿੱਕਤ ਕ੍ਰੀਏਟ ਹੋ ਜਾਂਦੀ ਹੈ ਕਿਉਂਕਿ ਸਾਰਿਆਂ ਨੇ ਬੰਦ ਕਰ ਰੱਖੇ। ਤਾਂ ਉਹਦੇ ਵਿੱਚ ਕੀ ਹੈਗਾ, ਤੁਹਾਨੂੰ ਨੋਟਸ ਮੈਂ ਇਲੈਕਟ੍ਰਿਕ ਫੀਲਡ ਦੇ ਵੀ ਪ੍ਰੋਵਾਈਡ ਕਰਨ ਜਾ ਰਿਹਾ ਹਾਂ। ਮੋਸਟਲੀ ਵੈਸੇ ਉਹ ਕੱਲ ਸ਼ਾਮ ਤੱਕ ਰੈਡੀ ਹੋ ਜਾਣਗੇ, ਠੀਕ ਹੈ। ਫਿਰ ਆਪਾਂ ਇਹ ਕਰਾਂਗੇ ਵੀ ਅਗਰ ਜਿਹੜੇ ਵਿਲੇजेस ਤੋਂ ਆਉਂਦੇ ਨੇ ਹਨਾ, ਅਗਰ ਉਹ ਕਿਸੇ ਦਿਨ ਆ ਸਕਦੇ ਹੈ ਤਾਂ ਉਹ ਆਪਣੇ ਨੋਟਸ ਨੇ ਜਿਹੜੇ ਉਹ ਹਾਰਡ ਕਾਪੀ ਹੈ ਉਹ ਲੈ ਜਾਣ, ਠੀਕ ਹੈ। ਤੇ ਜੇ ਕੋਈ ਬੁਲਾਡੇ ਕੋਈ ਆਉਂਦਾ ਉਹਨਾਂ ਦੀ ਜਾਣ ਪਛਾਣ ਦਾ ਹਨਾ, ਤਾਂ ਮੈਨੂੰ ਉਹਨਾਂ ਨੂੰ ਦੱਸ ਦੇਣ, ਮੈਂ ਉਹਨਾਂ ਨੂੰ ਪੜਾ ਦੂੰਗਾ। ਜਿਹੜੇ ਲੋਕਲ ਨੇ ਉਹ ਮੇਰੇ ਤੋਂ ਘਰੋਂ ਆ ਕੇ ਲੈ ਜਾਣ, ਚਾਹੇ ਜੇ ਮੈਂ ਘਰ ਹੀ ਲੈ ਕੇ ਰੱਖੂੰਗਾ ਵੈਸੇ ਮੈਂ, ਠੀਕ ਹੈ, ਉਹ ਘਰੋਂ ਆ ਕੇ ਮੇਰੇ ਤੋਂ ਲੈ ਜਾਣ, ਠੀਕ ਹੈ। ਤਾਂ ਕੱਲ ਸ਼ਾਮ ਤੱਕ ਆਪਣੇ ਜਿਹੜੇ ਨੋਟਸ ਹੈ ਸੈਕਿੰਡ ਇਲੈਕਟ੍ਰੋਸਟੈਟਿਕ ਦੇ ਜਿਹੜੇ ਇਲੈਕਟ੍ਰਿਕ ਫੀਲਡ ਦੇ ਜਿਹੜੇ ਨੋਟਸ ਨੇ ਉਹ ਆਪਣੇ ਕੀ ਤਿਆਰ ਹੋ ਜਾਣਗੇ, ਠੀਕ ਹੈ ਜੀ। ਤੇ ਉਹ ਫਿਰ ਮੈਂ ਤੁਹਾਨੂੰ ਮੈਸੇਜ ਲਗਾ ਦੂੰਗਾ ਤੇ ਤੁਸੀਂ ਉਹ ਨੋਟਸ ਲੈ ਲਓ, ਠੀਕ ਹੈ ਜੀ। ਵੀ ਜੋ ਨੋਟਸ ਤੁਹਾਡੇ ਸਾਹਮਣੇ ਹੋਣਗੇ ਫਿਰ ਹੋਰ ਅੱਛੇ ਤਰੀਕੇ ਨਾਲ ਪੜ੍ਹਾਇਆ ਜਾਊਗਾ। ਪਹਿਲਾਂ ਵਾਲੇ ਪੜ੍ਹ ਲਏ? ਇਹ ਵੀ ਪੁੱਛ ਲੈਣੇ ਆਪਾਂ ਨਾਲੇ। ਪਹਿਲਾਂ ਵਾਲੇ ਨੋਟਸ ਪੜ੍ਹੇ ਨੇ ਜੇ ਏਦਾਂ ਹੀ ਸੰਭਾਲ ਕੇ ਰੱਖਦੇ?
हाँ जी दसो बोल के फिर ਆਪਾਂ अगे क्लास शुरू कर देंगे। पहला वाले जो ਆਪਾਂ नोट्स भेजे ਸੀਗੇ ਉਹ ਪੜੇ ਨੇ ਜਾਂ ਸੰਭਾਲੇ ਪਏ ਨੇ ਬਸ ਐਜ਼ ਇਟ ਇਜ਼। हाँ जी पढ़ ले ओके ठीक है जी। ओनली सुखबीर का मैसेज आया भी पढ़ ले अच्छा कमल का भी आया वेरी गुड ठीक है जी। ਤਾਂ ਤੁਹਾਨੂੰ ਪਰਸੋਂ ਤੱਕ ਤੁਸੀਂ ਮੰਨ ਕੇ ਚੱਲੋ ਪਰਸੋਂ ਤੱਕ ਤੁਹਾਨੂੰ ਇਲੈਕਟ੍ਰਿਕ ਫੀਲਡ ਦੇ ਨੋਟਸ ਵੀ ਮੈਂ ਪ੍ਰੋਵਾਈਡ ਕਰ ਠੀਕ ਹੈ। ਕੱਲ ਸ਼ਾਮ ਨੂੰ ਮੈਂ ਮੈਸੇਜ ਕਰ ਦੂੰਗਾ ਫਿਰ ਚਾਹੇ ਕੱਲ ਸ਼ਾਮ ਨੂੰ ਆ ਕੇ ਲੈ ਜਾਓ ਚਾਹੇ ਪਰਸੋਂ ਲੈ ਜਾਓ। ਤਾਂ ਲਾਸਟ ਟਾਈਮ ਅਸੀਂ ਇਲੈਕਟ੍ਰਿਕ ਫੀਲਡ ਪੜ੍ਹਦੇ ਸੀਗੇ। ਇਲੈਕਟ੍ਰਿਕ ਫੀਲਡ ਹੁੰਦਾ ਕੀ ਹੈ ਆਪਾਂ ਇਹਦੇ ਬਾਰੇ ਡਿਸਕਸ ਕਰ ਲਿਆ। ਇਲੈਕਟ੍ਰਿਕ ਫੀਲਡ ਲਾਈਨਸ ਪੜ੍ਹੀਆਂ ਫਿਰ ਆਪਾਂ ਕੀ ਹੁੰਦੀਆਂ ਨੇ ਫਿਰ ਅਸੀਂ ਪੜ੍ਹਿਆ ਇਲੈਕਟ੍ਰਿਕ ਫੀਲਡ ਲਾਈਨਸ ਦੀਆਂ ਪ੍ਰੋਪਰਟੀਜ਼ ਕੀ ਨੇ। ਮਤਲਬ ਬੇਸਿਕਲੀ ਜਿਹੜਾ ਸਾਡਾ ਲਾਸਟ ਲੈਕਚਰ ਸੀਗਾ ਉਹਦੇ ਵਿੱਚ ਸਾਡੀਆਂ ਇਲੈਕਟ੍ਰਿਕ ਫੀਲਡ ਲਾਈਨਸ ਦੀਆਂ ਪ੍ਰੋਪਰਟੀਜ਼ ਚੱਲਦੀਆਂ ਸੀਗੀਆਂ। ਕੀ ਚੱਲਦੀਆਂ ਸਾਡੀਆਂ ਪ੍ਰੋਪਰਟੀਜ਼ ਆਫ ਇਲੈਕਟ੍ਰਿਕ ਫੀਲਡ ਲਾਈਨਸ। ਤਾਂ ਹਜੇ ਉਹ ਕੰਪਲੀਟ ਨਹੀਂ ਹੋਈਆਂ ਸੀ ਕੁਝ ਕੁ ਪ੍ਰੋਪਰਟੀਜ਼ ਮੈਂ ਨੰਬਰ ਤਾਂ ਨਹੀਂ ਮੇਰੇ ਯਾਦ ਕਿੰਨੀਆਂ ਪ੍ਰੋਪਰਟੀਜ਼ ਮੈਂ ਕਰਵਾਤੀਆਂ ਸੀਗੀਆਂ ਕੁਝ ਕੁ ਪ੍ਰੋਪਰਟੀਜ਼ ਪਰ ਆਪਾਂ ਕਰ ਲਈਆਂ ਸੀਗੀਆਂ ਬਾਕੀ ਜਿਹੜੀਆਂ ਪੈਂਡਿੰਗ ਨੇ ਉਹ ਅੱਜ ਆਪਾਂ ਕਰ ਲਾਂਗੇ। ਨੈਕਸਟ ਜਿਹੜੀ ਅਸੀਂ ਪ੍ਰੋਪਰਟੀ ਕਰਨ ਜਾ ਰਹੇ ਹਾਂ for a similar charges अगर चार्जेस सिमिलर ने मतलब दोनों चार्जेस पॉजिटिव ने ਤਾਂ ਉਹਨਾਂ ਦੇ ਕਰਕੇ ਇਲੈਕਟ੍ਰਿਕ ਫੀਲਡ ਲਾਈਨਸ ਕਿੱਦਾਂ ਡਰਾ ਹੋਣਗੀਆਂ ਆਪਾਂ ਉਹ ਦੇਖਣਾ ਹੈ। ਜਿਵੇਂ ਮੰਨ ਲਓ ਪੋਜ਼ਿਟਿਵ ਚਾਰਜ ਹੈ ਕੁਝ ਸਰਟਨ ਡਿਸਟੈਂਸ से ਅਸੀਂ ਇੱਕ ਪੋਜ਼ਿਟਿਵ ਚਾਰਜ को ਪਲੇਸ ਕਰਤਾ ਤਾਂ ਦੇਖੋ ਅਸੀਂ ਕਿਹਾ ਸੀਗਾ ਵੀ ਜਿਹੜੀ ਇਲੈਕਟ੍ਰਿਕ ਫੀਲਡ ਲਾਈਨਸ ਨੇ ਉਹਨਾਂ ਦੀ ਡਾਇਰੈਕਸ਼ਨ ਪੋਜ਼ਿਟਿਵ ਟੂ ਕਿੱਧਰ ਹੁੰਦੀਆਂ ਨੇ ਨੈਗੇਟਿਵ ਮਤਲਬ ਪੋਜ਼ਿਟਿਵ ਤੋਂ ਜਨਰੇਟ ਹੁੰਦੀਆਂ ਨੇ ਤੇ ਨੈਗੇਟਿਵ ਤੇ ਜਾ ਕੇ ਕੀ ਹੁੰਦੀਆਂ ਨੇ ਟਰਮੀਨੇਟ ਹੁੰਦੀਆਂ ਨੇ ਠੀਕ ਹੈ। ਇਹੀ ਵਰਡ ਆਪਾਂ ਬੋਲਿਆ ਸੀ ਬਟ ਹੁਣ ਇੱਥੇ ਦੋਨੋਂ ਪੋਜ਼ਿਟਿਵ ਚਾਰਜ ਨੇ ਇਹਦਾ ਮਤਲਬ ਦੋਨੋਂ ਚਾਰजेस ਤੋਂ ਇਲੈਕਟ੍ਰਿਕ ਫੀਲਡ ਲਾਈਨਸ ਬਾਹਰ ਆਉਣਗੀਆਂ ਤੇ ਜਿਹੜਾ ਪਹਿਲੇ ਚਾਰਜ ਤੋਂ ਜਿਹੜੀ ਇਲੈਕਟ੍ਰਿਕ ਫੀਲਡ ਲਾਈਨ ਹੈ ਬਾਹਰ ਆਊਗੀ ਨਾ ਦੂਸਰੇ ਤੋਂ ਰਿਪੈਲ ਹੋਊਗੀ ਕਿਉਂਕਿ ਆਪਸ ਵਿੱਚ ਇੰਟਰਸੈਕਟ ਤਾਂ ਕਰ ਨਹੀਂ ਸਕਦੀਆਂ ਤੇ ਲਾਈਨ ਐਵੇਂ ਮਿਲੂਗੀ। ਸਿਮਿਲਰਲੀ ਇਧਰੋਂ ਵੀ ਤੁਸੀਂ ਬਣਾ ਸਕਦੇ ਹੋ। ਤਾਂ ਅਗਰ ਤੁਹਾਡੇ ਕੋਲੇ ਸਿਮਿਲਰ ਪੋਜ਼ਿਟਿਵ ਚਾਰजेस ਨੇ ਤਾਂ ਉਹਨਾਂ ਕਰਕੇ ਜੋ ਇਲੈਕਟ੍ਰਿਕ ਫੀਲਡ ਦੀ ਜੋ ਸ਼ੇਪ ਹੈ ਉਹ ਕੁਝ ਇਸ ਤਰੀਕੇ ਦੀ ਰਹਿੰਦੀ ਹੈ ਇਲੈਕਟ੍ਰਿਕ ਫੀਲਡ ਲਾਈਨਸ ਦੀ ਜੋ ਸ਼ੇਪ ਹੈ। ਕਈ ਬੱਚੇ ਸੋਚ ਰਹੇ ਹੋਣੇ ਵੀ ਸਰ ਇਹਦੇ ਵਿੱਚ ਕੁਐਸਚਨ ਕੀ ਬਣਨਗੇ ਕੁਐਸਚਨ ਦੇਖੋ ਤੁਹਾਨੂੰ ਜਿਹੜੇ ਬਣਨਗੇ ਉਹ ਇਲੈਕਟ੍ਰਿਕ ਫੀਲਡ ਲਾਈਨਸ ਡਰਾ ਕਰਨਾ ਹੀ ਬਣ ਸਕਦਾ ਹੈ ਫॉर डिफरेंट ਚਾਰजेस ਵਾਸਤੇ। ਸਕਰੀਨ ਨਹੀਂ ਸ਼ੋ ਹੋ ਰਹੀ ਸਰ ਜਸਨੂਰ ਦੁਬਾਰਾ ਰੀਜੁਆਇਨ ਕਰ ਲਓ ਬਾਕੀ ਕਿਸੇ ਸਟੂਡੈਂਟ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਮੈਂ ਦੁਬਾਰਾ ਰੀਜੁਆਇਨ ਕਰ ਲੂੰਗਾ ਤੁਹਾਨੂੰ ਆਈਡੀ ਬੰਦ ਕਰਕੇ ਨਾ ਦੁਬਾਰਾ ਤੋਂ ਲੌਗਇਨ ਕਰ ਲਓ ਇਸ ਤਰੀਕੇ ਨਾਲ। ਤਾਂ ਇਹਦੇ ਬਿਲਕੁਲ ਜਿਹੜਾ ਸੈਂਟਰ ਹੈ ਬੱਚੇ ਦੋ ਪੋਜ਼ਿਟਿਵ ਚਾਰजेस ਦੇ ਬਿਲਕੁਲ ਸੈਂਟਰ ਤੇ ਦਿਸ ਵਨ सोच के देखो पॉजिटिव चार्ज तो इलेक्ट्रिक फील्ड लाइन इधर आ रही है पॉजिटिव चार्ज तो इलेक्ट्रिक फील्ड लाइन इधर आ रही है दोनों इलेक्ट्रिक फील्ड लाइंस आपस की होंगी कैंसल आउट हो जाएंगी। तो जेड़ा आ वाला पॉइंट है ना सेंटर वाला पॉइंट इस पॉइंट ਨੂੰ ਅਸੀਂ ਬੋਲਦੇ ਹਾਂ ਨਲ ਪੁਆਇੰਟ ਇਹਨੂੰ ਅਸੀਂ ਕੀ ਬੋਲਦੇ ਹਾਂ ਨਲ ਪੁਆਇੰਟ। क्वेश्चन पूछा जा सकता भी नल पॉइंट का की मतलब होता है नल पॉइंट एक अजिहा पॉइंट है जिथे इलैक्ट्रिक फील्ड की जिहड़ी वैल्यू है वो कितनी रहिंदी है जीरो रहिंदी है। ਹੁਣ ਕਈ ਬੱਚੇ ਫਿਰ ਇਹ ਵੀ ਸੋਚਦੇ ਵੀ ਸਰ ਇਹ ਤਾਂ ਬਿਲਕੁਲ ਸੈਂਟਰ ਚ ਆ ਗਿਆ ਕਿਉਂਕਿ ਦੋਨੋਂ ਚਾਰजेस ਦਾ ਅਸੀਂ ਜਿਹੜਾ ਮੈਗਨੀਟਿਊਡ ਆ ਉਹ ਸੇਮ ਲੈ ਕੇ ਚੱਲਦੇ ਹਾਂ। ਜੇ ਇੱਕ ਚਾਰਜ ਦਾ ਮੈਗਨੀਟਿਊਡ ਜ਼ਿਆਦਾ ਹੋਊਗਾ ਦੂਸਰੇ ਦਾ ਘੱਟ ਹੋਊਗਾ ਫਿਰ ਕਿੱਧਰ ਹੋਊਗਾ ਤੁਸੀਂ ਆਪ ਸੋਚ ਕੇ ਦੇਖੋ। ਅਗਰ ਦੋ ਪਰਸਨ ਨੇ ਹਨਾ ਤੇ ਦੋਨਾਂ ਪਰਸਨ ਦੇ ਵਿੱਚੋਂ ਇੱਕ ਪਰਸਨ ਤਕੜਾ ਹੈ ਤਾਂ ਜਿੱਤੂਗਾ ਕੌਣ ਜਿਹੜਾ ਤਕੜਾ ਹੋਊਗਾ ਹਨਾ। ਮਤਲਬ ਦੋ ਪਰਸਨਸ ਦੇ ਵਿੱਚ ਕੰਪੀਟੀਸ਼ਨ ਹੋ ਰਿਹਾ ਕਿਸੇ ਚੀਜ਼ ਨੂੰ ਖਿੱਚਣ ਦਾ ਤਾਂ ਕੌਣ ਖਿੱਚ ਕੇ ਲੈ ਕੇ ਜਾਊਗਾ ਡੈਫੀਨਿਟਲੀ ਜਿਹੜਾ ਕੀ ਹੈ ज्यादा स्ट्रोंग होगा है ना। तो जेड़ा ज्यादा स्ट्रोंगर होगा वो उन्ना ज्यादा इलैक्ट्रिक फील्ड की करूगा नु अपोज करूगा ठीक है एज कंपेयर टू जेड़ा वीक होगा। तो जेड़ा बच्चे नल पॉइंट है ये नल पॉइंट हमेशा शिफ्ट हो जाता है शिफ्ट टूवर्ड्स लोअर मैग्नीट्यूड ऑफ चार्ज।
ਵੀ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜ਼ਰੂਰੀ ਨਹੀਂ ਹੈ ਵੀ ਬਿਲਕੁਲ ਸੈਂਟਰ 'ਚ ਹੀ ਹਰ ਵਾਰ ਇਹ ਹੋਏਗਾ, ਰਹੂਗਾ ਦੋਨਾਂ ਚਾਰजेस ਦੇ ਇਨ ਬਿਟਵੀਨ ਹੀ, ਕਿਉਂਕਿ ਇਨ ਬਿਟਵੀਨ ਵਾਲਾ पोर्शन ਇਹ ਹੈ, ਇੱਕ ਫੋਰਸ ਇੱਧਰ ਲੱਗ ਰਹੀ ਹੈ, ਇੱਕ ਫੋਰਸ ਤੋਂ ਆਪੋजिट लग रही है। अगर दोनों चार्जेस का मैग्नीट्यूड सेम है फिर बिल्कुल सेंटर च होएगा। अगर किसी का मैग्नीट्यूड घट है तो घट वाले मैग्नीट्यूड वाली साइड की है वो लाई करूगा। जिवें आपां लास्ट टाइम इक्विलिब्रियम वाला कंसैप्ट भी पढ़िया सीगा, सेम एज इट इज वही कंसैप्ट तुसीं इत्थे लगा सकते। इस तो बाद नैक्सट प्रॉपर्टी, नैक्सट प्रॉपर्टी ਨੂੰ ਪਹਿਲਾਂ ਅਸੀਂ ਸਮਝ ਲੈਣਾ, ਫਿਰ ਅਸੀਂ ਲਿਖ ਲਾਂਗੇ। ਮੰਨ ਲਓ ਤੁਹਾਡੇ ਕੋਲ ਇੱਕ ਪਲੇਟ ਹੈ, ਠੀਕ ਹੈ, ਇੱਕ ਆ ਤੁਹਾਡੇ ਕੋਲ ਪਲੇਟ 4 ਹੈ, ਇਹਨਾਂ ਨੂੰ ਅੱਗੇ ਜਾ ਕੇ ਅਸੀਂ ਪੈਰਲਲ ਪਲੇਟ ਕਪੈਸਿਟਰ ਦੀਆਂ ਪਲੇਟਸ ਬੋਲਿਆ ਕਰਾਂਗੇ, ਕਪੈਸਿਟਰ ਦੀਆਂ ਪਲੇਟਸ। ਹਾਂਜੀ ਹਾਂਜੀ ਕੋਈ ਗੱਲ ਨਹੀਂ ਬੱਚੇ, ਸੁਣੋ ਧਿਆਨ ਨਾਲ, ਮੈਂ ਦੁਬਾਰਾ ਰਿਪੀਟ ਕਰ ਦੂੰਗਾ, ਸੁਣੀ ਚੱਲੋ ਇੱਕ ਵਾਰੀ। ਸਾਡੇ ਕੋਲ ਨਾ ਦੋ ਪਲੇਟਸ ਨੇ, ਇੱਕ ਪਲੇਟ ਤੇ ਪੋਜ਼ਿਟਿਵ ਚਾਰਜ ਹੈ ਸਪੋਜ਼, वो वाली प्रॉपर्टी भी मैं दोबारा रिपीट कर देना, कोई दिक्कत नहीं। सपोज इतने की है पॉजिटिव चार्ज है, ते जिहड़ी दूसरी प्लेट है इहते सपोज की है नेगेटिव चार्ज देता, लाइक दिस, ठीक है जी। तो आपां नूं सब नूं पता है भी जिहड़ा इलैक्ट्रिक फील्ड है वो एस्टैबलिश हो जाऊगा फ्रॉम डायरेक्शन पॉजिटिव टू नेगेटिव, तो इलैक्ट्रिक फील्ड कोई हो गया ई। हुण असीं इहदे विचकार जिहड़ा तुहानूं गैप नज़र आ रहा ना, इत्थे की है एयर है, दोनों प्लेट्स के विचकार की है एयर। तो मैं की करदा बच्चे, इहदे विचकार ना एक मीडियम रख देना, एक मटीरियल, आपां इहदे मटीरियल दा कलर चेंज कर लाने लाइक दिस। इदां असीं एक ना मटीरियल रखता लाइक दिस। ये जिहड़ा मटीरियल है ना, ये की है, ये मटीरियल हैगा कंडक्टर। बहुत इंपॉर्टेंट प्रॉपर्टी है, बहुत यूज च आउगी, की प्लेस करदा सी कंडक्टर। ਹੁਣ ਪ੍ਰੋਪਰਟੀ ਕੀ ਕਹਿੰਦੀ ਹੈ ਕਿ ਅਗਰ ਤੁਸੀਂ ਕਿਸੇ ਵੀ ਇਲੈਕਟ੍ਰਿਕ ਫੀਲਡ ਦੇ ਵਿੱਚ ਕਿਸੇ ਕੰਡਕਟਰ ਨੂੰ ਪਲੇਸ ਕਰ ਦੋ, ਜੇ ਤੁਸੀਂ ਕਿਸੇ ਇਲੈਕਟ੍ਰਿਕ ਫੀਲਡ ਦੇ ਵਿੱਚ ਕਿਹਨੂੰ ਪਲੇਸ ਕਰ ਦੋ, ਕਿਸੇ ਕੰਡਕਟਰ ਨੂੰ ਪਲੇਸ ਕਰ ਦੋ, ਤਾਂ ਉਸ ਕੰਡਕਟਰ ਦੇ ਜਿਹੜਾ ਅੰਦਰਲਾ ਇਲੈਕਟ੍ਰਿਕ ਫੀਲਡ ਆ ਉਹ ਜ਼ੀਰੋ ਹੁੰਦਾ। ਇਹ ਪ੍ਰੋਪਰਟੀ ਹੈ ਜਿਹੜੀ ਅਸੀਂ ਧਿਆਨ ਰੱਖਣੀ। ਮੈਂ ਇੱਕ ਵਾਰ ਲਿਖਦਾ ਫਿਰ ਮੈਂ ਸਮਝਾਉਂਗਾ ਵੀ ਕਿਉਂ ਜ਼ੀਰੋ। ਇਫ ਅ ਮੈਟੈਲਿਕ ਕੰਡਕਟਰ, if a conductor, the metallic conductor is placed inside the given electric field, then electric field inside the conductor is zero. This property is very important। कहंदे अगर कोई भी कंडक्टर नूं ਅਸੀਂ ਕਿਸੇ ਇਲੈਕਟ੍ਰਿਕ ਫੀਲਡ ਦੇ ਵਿੱਚ ਰੱਖ ਦਿੰਦੇ ਆ ਤਾਂ ਉਸ ਕੰਡਕਟਰ ਦੇ ਅੰਦਰ ਇਲੈਕਟ੍ਰਿਕ ਫੀਲਡ ਕਿੰਨਾ ਹੁੰਦਾ ਹੈ, ਜ਼ੀਰੋ। ਮੈਂ ਥੋੜਾ ਜਿਹਾ ਹੋਰ ਵਧੀਆ ਤਰੀਕੇ ਨਾਲ ਲਿਖਦਾ ਨਾ, ਆਈ ਈ ਇਨ ਪਾ ਦੇਣਾ, ਇਨਸਾਈਡ, ਮਟੀਰੀਅਲ ਦੇ ਇਨਸਾਈਡ। ਹੁਣ ਦਿਮਾਗ ਦੇ ਵਿੱਚ ਕੁਐਸਚਨ ਇਹ ਹੋਣਾ ਚਾਹੀਦਾ ਵੀ ਐਵੇਂ ਕਿਉਂ ਹੋਇਆ, ਤਾਂ ਉਹ ਸੁਣੋ। ਦੇਖੋ ਕੰਡਕਟਰ ਬਾਰੇ ਸਾਰੇ ਜਾਣਦੇ ਆ, ਕੰਡਕਟਰ ਕੋਲੇ ਕੀ ਹੁੰਦੇ ਨੇ, ਫ੍ਰੀ ਇਲੈਕਟ੍ਰੋਨ ਹੁੰਦੇ ਨੇ। ਕੰਡਕਟਰ ਕੋਲੇ ਕੀ ਹੁੰਦੇ ਨੇ, ਫ੍ਰੀ ਇਲੈਕਟ੍ਰੋਨ ਹੋਣਗੇ। ਜਦੋਂ ਬੱਚੇ ਫ੍ਰੀ ਇਲੈਕਟ੍ਰੋਨਸ ਹੋਣਗੇ ਤਾਂ ਤੁਸੀਂ ਦੇਖੋ ਇਲੈਕਟ੍ਰੋਨ ਤੇ ਕਿਹੜਾ ਚਾਰਜ ਹੁੰਦਾ ਹੈ, ਨੈਗੇਟਿਵ ਚਾਰਜ ਹੁੰਦਾ ਹੈ। ਇਲੈਕਟ੍ਰੋਨ ਤੇ ਕਿਹੜਾ ਚਾਰਜ ਹੁੰਦਾ ਹੈ, ਨੈਗੇਟਿਵ ਚਾਰਜ ਹੁੰਦਾ ਹੈ। ਤਾਂ ਦੇਖੋ ਕੰਡਕਟਰ ਦੇ ਵਿੱਚ ਮੰਨ ਲਓ ਕੋਈ ਇਲੈਕਟ੍ਰੋਨ ਇੱਥੇ ਬੈਠਾ ਹੈ, 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 ਏਦਾਂ ਇਲੈਕਟ੍ਰੋਨਸ ਬੈਠੇ ਆ, ਫ੍ਰੀ ਇਲੈਕਟ੍ਰੋਨਸ। ਤਾਂ ਇਹ ਵਾਲੇ ਇਲੈਕਟ੍ਰੋਨਸ ਅਟਰੈਕਟ ਹੋ ਜਾਣਗੇ ਟੂਵਰਡਸ ਪੋਜ਼ਿਟਿਵ ਪਲੇਟ, ਕਿਉਂਕਿ ਨੈਗੇਟਿਵ ਪਲੇਟ ਇਹਨੂੰ ਕੀ ਕਰੂਗੀ, ਰਿਪੈਲ ਕਰੂਗੀ, ਪੋਜ਼ਿਟਿਵ ਪਲੇਟ ਇਹਨੂੰ ਕੀ ਹੈ, ਅਟਰੈਕਟ ਕਰੂਗੀ। ਤਾਂ ਸਿਚੁਏਸ਼ਨ ਕੀ ਹੋਗੀ, सिचुएशन ए होएगी, मैं दोबारा उन्हें प्लॉट करना है। सिचुएशन साडे कोले ए बनी, एक सेकंड, जेड़ा साडे कोले आ कंडक्टर सीगा, जदों ये कंडक्टर असीं प्लेस कीता, सानू पता है इहदे कोले की ने, फ्री इलैक्ट्रॉन्स ने, तां ये नेगेटिव चार्ज मतलब इलैक्ट्रॉन्स इस साइड आ जाणगे टूवर्ड्स द पॉजिटिव प्लेट, बाहर नहीं आ सकदे कि बाहर दा की है, बाहर दा ये एयर इंसुलेटर, ते इस साइड उन्ना ही की डेवलप हो जाएगा पॉजिटिव चार्ज।
ਇਹਦਾ ਮਤਲਬ ਮੈਂ ਇਹ ਕਹਿ ਸਕਦਾ ਕਿ ਇਨਸਾਈਡ ਵੀ ਇੱਕ ਇਲੈਕਟ੍ਰਿਕ ਫੀਲਡ ਬਣ ਗਿਆ in opposite direction from positive to negative, from positive to negative। ਆਪਾਂ ਐਵੇਂ ਵੀ ਤਾਂ ਬੋਲ ਸਕਦੇ ਆ ਨਾ, ਕਿਉਂਕਿ ਅੰਦਰ ਜਦੋਂ ਚਾਰਜ ਆ ਗਿਆ ਆਪਾਂ ਨੂੰ ਪਤਾ ਹੈ ਜਦੋਂ ਚਾਰਜ ਆਊਗਾ ਤਾਂ ਇਲੈਕਟ੍ਰਿਕ ਫੀਲਡ ਹੋਏਗਾ ਹੀ ਹੋਏਗਾ। ਇਹਦਾ ਮਤਲਬ ਇੱਕ ਇਲੈਕਟ੍ਰਿਕ ਫੀਲਡ ਅੰਦਰ ਬਣ ਗਿਆ, ਇੱਕ ਇਲੈਕਟ੍ਰਿਕ ਫੀਲਡ ਬਾਹਰ ਹੈ। ਹੁਣ ਦੇਖੋ ਆਪਾਂ ਇੰਡਕਸ਼ਨ ਦਾ ਫਿਨੋਮੀਨਾ ਪੜਿਆ, ਇੰਡਕਸ਼ਨ ਦੇ ਵਿੱਚ ਆਪਾਂ ਇੱਕ ਗੱਲ ਪੜ੍ਹੀ ਸੀ ਵੀ ਜਿਹੜਾ ਚਾਰਜ ਇੰਡਿਊਸ ਹੁੰਦਾ ਉਹ ਇਕੁਅਲ ਹੁੰਦਾ ਤੇ ਆਪੋਜ਼ਿਟ ਹੁੰਦਾ। ਇਹਦਾ ਮਤਲਬ ਜਿੰਨਾ ਤੁਸੀਂ ਬਾਹਰੋਂ ਇਲੈਕਟ੍ਰਿਕ ਫੀਲਡ ਅਪਲਾਈ ਕੀਤਾ ਸੀ ਓਨਾ ਹੀ ਇਲੈਕਟ੍ਰਿਕ ਫੀਲਡ ਇਸ ਮੀਡੀਅਮ ਦੇ ਵਿੱਚ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਕੀ ਇੰਡਿਊਸ ਹੋ ਗਿਆ। ਇਹਦਾ ਮਤਲਬ ਇਸ ਮਟੀਰੀਅਲ ਦੇ ਅੰਦਰ ਨੈਟ ਇਲੈਕਟ੍ਰਿਕ ਫੀਲਡ ਕਿੰਨਾ ਬਚਿਆ। ਜੇ ਮੈਂ ਇਸ ਮਟੀਰੀਅਲ ਦੇ ਅੰਦਰ ਨੈਟ ਇਲੈਕਟ੍ਰਿਕ ਫੀਲਡ ਦੀ ਗੱਲ ਕਰਾਂ ਤਾਂ ਸਭ ਨੂੰ ਕਲੀਅਰ ਹੋ ਗਿਆ ਹੋਊਗਾ ਕਿ ਸਰ ਈ ਨੈਟ ਇਲੈਕਟ੍ਰਿਕ ਫੀਲਡ ਬੜਾ ਸਿੰਪਲ ਹੈ, ਜਿੰਨਾ ਬਾਹਰ ਸੀਗਾ ਮਾਈਨਸ ਜਿੰਨਾ ਅੰਦਰ ਹੈ ਨਾ। ਬਾਹਰ ਕਿੰਨਾ ਈ ਹੈ, ਅੰਦਰ ਵੀ ਕਿੰਨਾ ਇੰਡਿਊਸ ਹੋਊਗਾ, ਈ ਦੇ ਬਰਾਬਰ ਹੀ ਹੋਊਗਾ ਕਿਉਂਕਿ ਚਾਰਜ ਕੀ ਹੈ ਸੇਮ ਹੈ। ਇਹਦਾ ਮਤਲਬ ਨੈਟ ਇਲੈਕਟ੍ਰਿਕ ਫੀਲਡ ਕਿੰਨਾ ਆ ਗਿਆ, 0। This is the property which is very very important। ਇਹ ਕਨਸੈਪਟ ਤੁਸੀਂ ਦੇਖਿਓ ਜਿਵੇਂ ਜਿਵੇਂ ਤੁਸੀਂ ਅੱਗੇ ਪੜ੍ਹੀ ਜਾਓਗੇ ਨਾ ਬਹੁਤ ਵਾਰ ਰਿਪੀਟ ਹੋਣ ਵਾਲਾ ਹੈ ਕਿ ਜਦੋਂ ਕਿਸੇ ਵੀ ਇਲੈਕਟ੍ਰਿਕ ਫੀਲਡ ਦੇ ਵਿੱਚ ਤੁਸੀਂ ਕੰਡਕਟਰ ਨੂੰ ਰੱਖੋਗੇ ਤਾਂ ਉਹਦੇ ਵਿੱਚ ਇਲੈਕਟ੍ਰਿਕ ਫੀਲਡ ਕਿੰਨਾ ਹੋਊਗਾ, 0 ਹੋਊਗਾ। ਕਿਉਂ ਹੋਊਗਾ ਉਹ ਤੁਹਾਨੂੰ ਮੈਂ ਦੱਸਿਆ। ਬੋਲੋ ਸਮਝ ਲੱਗਿਆ ਜੀ। ਇਹ ਅੱਜ ਦਾ ਸਭ ਤੋਂ ਇੰਪੋਰਟੈਂਟ ਪ੍ਰੋਪਰਟੀ ਸੀ ਇਹ। ਜੇ ਸਮਝ ਲੱਗੀ ਹੈ ਤਾਂ ਮੈਨੂੰ ਯੈਸ ਦਾ ਮੈਸੇਜ ਕਰ ਦਿਓ, ਅਗਰ ਕਿਸੇ ਦਾ ਕੋਈ ਡਾਊਟ ਹੈ ਤਾਂ ਪੁੱਛ ਸਕਦਾ ਹੈ। जल्दी रिप्लाई करा करो, थोड़े तो स्टूडेंट आप किहड़ा बाले स्टूडेंट है। ओके वेरी गुड गुड। अच्छा हुण सोचो एक चीज होर सोचते हैं। मान लो तुहाडे कोले की एक आ प्लेट है, एक प्लेट तुहाडे कोले ए वाली, ठीक है जी। फिर असीं वही एक प्लेट नूं असीं पॉजिटिव चार्ज दे दिंदे, एक प्लेट नूं असीं की देता नेगेटिव चार्ज दे ਇਹਦਾ ਨੈਗੇਟਿਵ ਚਾਰਜ ਦਿੱਤਾ, ਠੀਕ ਹੈ ਜੀ। ਅੱਛਾ ਹੁਣ ਨਾ ਅਸੀਂ ਇਹਦੇ ਵਿੱਚ ਕਰਨਾ ਇੱਕ ਪਲੇਟ ਰੱਖਣ ਜਾ ਰਹੇ ਹਾਂ, ਇਹਦੇ ਅੰਦਰ ਅਸੀਂ ਫਿਰ ਤੋਂ ਇੱਕ ਪਲੇਟ ਰੱਖਣ ਜਾ ਰਹੇ ਹਾਂ। ਆ ਰੱਖਦੀ ਪਲੇਟ, ਇਹ ਪਲੇਟ ਜਿਹੜੀ ਹੈਗੀ ਹੈ ਨਾ ਇਹ ਇਨਸੂਲੇਟਰ ਹੈ, ਇਨਸੂਲੇਟਰ ਹੈ। ਬਾਹਰ ਵੱਲ ਜਿਹੜਾ ਇਲੈਕਟ੍ਰਿਕ ਫੀਲਡ ਹੈ ਉਹ ਇਲੈਕਟ੍ਰਿਕ ਫੀਲਡ ਇਸ ਡਾਇਰੈਕਸ਼ਨ ਵੱਲ ਸੈੱਟ ਹੋਇਆ ਹੋਇਆ, ਜਿਹਦੀ ਵੈਲਿਊ ਕਿੰਨੀ ਹੈ, ਜਿਹਦੀ ਵੈਲਿਊ ਹੈਗੀ E। ਹੁਣ ਤੁਸੀਂ ਜਿਹੜਾ ਕਨਸੈਪਟ ਮੈਂ ਤੁਹਾਨੂੰ ਸਿਖਾਇਆ ਨਾ ਉਹ ਇਸ ਕਨਸੈਪਟ ਤੇ ਲਾਓ। ਦੇਖੋ ਅਗਰ ਤੁਸੀਂ ਇਨਸੂਲੇਟਰ ਰੱਖੋਗੇ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਲੈਕਟ੍ਰਿਕ ਫੀਲਡ ਇਨਸਾਈਡ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ? ਬੋਲ ਕੇ ਦੱਸੋ ਫਟਾਫਟ ਕਿ ਇਹਦੇ ਵਿੱਚ ਵੀ ਇਲੈਕਟ੍ਰਿਕ ਫੀਲਡ ਇਨਸਾਈਡ ਦਾ ਮਟੀਰੀਅਲ 0 ਆਏਗਾ ਜਾਂ ਨਹੀਂ ਆਏਗਾ? ਧਿਆਨ ਨਾਲ ਦੇਖੋ ਇਸਨੂੰ, ਇਹ ਕੀ ਹੈ, इंसुलेटर। बोलो बोलो बोलो, बताओ तो आंसर गलत होगा, बोलो तो सही। की लगता है 0 होना चाहिए या नहीं होना चाहिए? 0 नहीं हुंदा सर। हाँ 0 नहीं हुंदा, बिल्कुल नहीं हुंदा। देखो इंसुलेटर है ना, ਇਹਦਾ ਮਤਲਬ ਇਹਦੇ ਕੋਲੇ ਫ੍ਰੀ ਇਲੈਕਟ੍ਰੋਨ ਨਹੀਂ ਹੈਗੇ। ਜਦੋਂ ਬੱਚੇ ਫ੍ਰੀ ਇਲੈਕਟ੍ਰੋਨ ਨਹੀਂ ਹੈਗੇ ਇਹਦਾ ਮਤਲਬ ਜਿਹੜੇ ਉਹ ਫ੍ਰੀ ਇਲੈਕਟ੍ਰੋਨ ਹੀ ਜਦੋਂ ਉਸ ਮਟੀਰੀਅਲ ਕੋਲੇ ਨਹੀਂ ਹੈਗੇ ਤਾਂ ਰੀਅਰੇਂਜਮੈਂਟ ਚਾਰजेस ਦਾ ਨਹੀਂ ਹੋ ਸਕਦਾ। ਜਦੋਂ ਰੀਅਰੇਂਜਮੈਂਟ ਹੀ ਨਹੀਂ ਹੋਗਾ ਜਿਵੇਂ ਕੰਡਕਟਰ 'ਚ ਹੋਇਆ ਸੀਗਾ ਤਾਂ ਇਹਦੇ ਅੰਦਰ ਇੱਕ ਇਲੈਕਟ੍ਰਿਕ ਫੀਲਡ ਇੰਡਿਊਸ ਹੋਣਾ ਹੀ ਨਹੀਂ। ਜਦੋਂ ਇਲੈਕਟ੍ਰਿਕ ਫੀਲਡ ਹੀ ਨਹੀਂ ਇੰਡਿਊਸ ਹੋਣਾ ਤਾਂ ਫਿਰ ਉਹ ਕੱਟੂਗਾ ਕਿਹਨੂੰ, ਉਹਨੂੰ ਕੈਂਸਲ ਕਿਹਨੂੰ ਕਰੂਗਾ? ਆਨਸਰ ਹੈ ਕਿਸੇ ਨੂੰ ਵੀ ਨਹੀਂ। ਤਾਂ ਇਹਦਾ ਮਤਲਬ ਕੀ ਹੈ, ਜੇ ਤੁਸੀਂ ਕਿਸੇ ਵੀ ਪੈਰਲਲ ਪਲੇਟ ਚਾਰਜ ਪਲੇਟਸ ਦੇ ਵਿੱਚ ਜਾਂ ਤੁਸੀਂ ਕਹ ਲਓ ਕਿਸੇ ਇਲੈਕਟ੍ਰਿਕ ਫੀਲਡ ਦੇ ਵਿੱਚ ਇਨਸੂਲੇਟਰ ਪਲੇਸ ਕਰ ਦੋ ਤਾਂ ਜਿਹੜਾ ਇਲੈਕਟ੍ਰਿਕ ਫੀਲਡ ਹੈ ਨਾ ਉਹ ਉਹਨੂੰ ਕ੍ਰਾਸ ਕਰ ਜਾਏਗਾ ਲਾਈਕ ਦਿਸ। that means ਇਸ ਦੇ ਵਿੱਚ ਜਿਹੜੇ ਇਸ ਮਟੀਰੀਅਲ ਦੇ ਇਨਸਾਈਡ ਇਲੈਕਟ੍ਰਿਕ ਫੀਲਡ 0 ਨਹੀਂ ਹੈਗਾ। this is also very very important property। ਇਸ ਚੈਪਟਰ ਦੇ ਵਿੱਚ ਕਪੈਸਿਟਰ ਦਾ ਟੌਪਿਕ ਪੜਾਂਗੇ, ਉੱਥੇ ਦੋਨੋਂ ਚੀਜ਼ਾਂ ਫੇਰ ਆਉਣਗੀਆਂ। ਇਨਸੂਲੇਟਰ ਰੱਖਾਂਗੇ ਤਾਂ ਕੀ ਹੋਊਗਾ, ਕਪੈਸਿਟਰ ਰੱਖਾਂਗੇ ਤਾਂ ਕੀ ਹੋਊਗਾ, ਹਨਾ। ਤਾਂ ਦੋਨੋਂ ਗੱਲਾਂ ਕਲੀਅਰ ਹੋ ਗਈਆਂ ਹੋਣੀਆਂ ਤੁਹਾਨੂੰ ਕਿ ਜੇ ਕੰਡਕਟਰ ਰੱਖੋਗੇ ਤਾਂ ਇਲੈਕਟ੍ਰਿਕ ਫੀਲਡ 0 ਹੋਊਗਾ। ਕਿਉਂ 0 ਹੋਊਗਾ? ਕਿਉਂਕਿ ਉਹਦੇ ਕੋਲੇ ਫ੍ਰੀ ਇਲੈਕਟ੍ਰੋਨ ਹੁੰਦੇ ਨੇ, ਉਹ ਫ੍ਰੀ ਇਲੈਕਟ੍ਰੋਨ ਰੀਅਰੇਂਜ ਹੋ ਜਾਂਦੇ ਨੇ
ਤੇ ਇੱਕ ਆਪਣੇ ਅੰਦਰ ਇਲੈਕਟ੍ਰਿਕ ਫੀਲਡ ਪੈਦਾ ਕਰ ਲੈਂਦੇ ਨੇ ਇਨ ਆਪੋਜ਼ਿਟ ਡਾਇਰੈਕਸ਼ਨ, ਜਿਹਦੇ ਕਰਕੇ ਬਾਹਰਲਾ ਇਲੈਕਟ੍ਰਿਕ ਫੀਲਡ ਤੇ ਅੰਦਰਲਾ ਇਲੈਕਟ੍ਰਿਕ ਫੀਲਡ ਆਪਸ ਚ ਕੀ ਹੋ ਜਾਂਦੇ ਨੇ, ਕੈਂਸਲ ਆਊਟ ਹੋ ਜਾਂਦੇ ਨੇ। ਇਹਦੇ ਵਿੱਚ ਫ੍ਰੀ ਇਲੈਕਟ੍ਰੋਨ ਹੁੰਦੇ ਨਹੀਂ, ਇਸੇ ਕਰਕੇ ਇਹ ਇੰਡਿਊਸ ਨਹੀਂ ਕਰ ਸਕਦੇ ਇਲੈਕਟ੍ਰਿਕ ਫੀਲਡ ਨੂੰ। ਜਦ ਇੰਡਿਊਸ ਨਹੀਂ ਕਰਨਗੇ ਫਿਰ ਅਪੋਜ਼ ਵੀ ਨਹੀਂ ਕਰ ਸਕਣਗੇ। ਇਸੇ ਕਰਕੇ ਪਹਿਲਾਂ ਮੈਂ ਪ੍ਰੋਪਰਟੀ ਲਿਖ ਦੇਣਾ ਹੈ, if we place an insulator inside a given electric field, then electric field inside a medium is not equal to 0। ਇਸੇ ਕਰਕੇ ਬੱਚੇ ਤੁਹਾਨੂੰ ਇਹ ਐਡਵਾਈਸ ਦਿੱਤੀ ਜਾਂਦੀ ਹੈ, ਤੁਸੀਂ ਛੋਟੇ ਹੁੰਦੇ ਸੁਣਿਆ ਹੋਊਗਾ ਤੇ ਬੁੱਕਸ ਵਿੱਚ ਪੜ੍ਹਿਆ ਹੋਊਗਾ ਕਿ ਜਦੋਂ ਵੀ ਕਲਾਉਡਸ ਤੇ ਬਹੁਤ ਜ਼ਿਆਦਾ ਚਾਰਜ ਆਉਂਦਾ ਹੈ, ਬਹੁਤ ਜ਼ਿਆਦਾ ਚਾਰਜ ਜਦੋਂ ਸਟੋਰ ਹੋ ਜਾਂਦਾ ਹੈ ਤਾਂ ਅਰਥ ਦੇ ਉੱਪਰ ਕੀ ਹੁੰਦਾ ਹੈ, ਬਿਜਲੀ ਡਿੱਗਦੀ ਹੈ। ਆਪਾਂ ਹੀ ਬੋਲਦੇ ਹਾਂ ਨਾ, ਅਰਥ ਦੇ ਉੱਤੇ ਬਿਜਲੀ ਡਿੱਗਦੀ ਹੈ, ਸਭ ਨੇ ਸੁਣਿਆ। ਹੁਣ ਅਰਥ ਕੀ ਹੈ, ਅਰਥ ਇਜ਼ ਅ ਗੁੱਡ ਕੰਡਕਟਰ। ਤਾਂ ਅੱਜ ਮੈਂ ਤੁਹਾਨੂੰ ਦੱਸਦਾ ਹੈ ਵੀ ਤੁਹਾਨੂੰ ਇਹ ਐਡਵਾਈਸ ਕਿਉਂ ਦਿੱਤੀ ਜਾਂਦੀ ਹੈ ਕਿ ਅਗਰ ਤੁਸੀਂ ਇਲੈਕਟ੍ਰਿਸਿਟੀ ਤੋਂ ਬਚਣਾ ਹੈ, ਮਤਲਬ ਯਾਨੀ ਕਿ ਜਿਹੜੀ ਬਿਜਲੀ ਡਿੱਗਦੀ ਹੈ ਹਨਾ, ਜਿਹਨੂੰ ਥੰਡਰਸਟਾਰਮ ਅਸੀਂ ਬੋਲਦੇ ਹਾਂ, ਅਗਰ ਉਹ ਤੋਂ ਬਚਣਾ ਹੈ ਤਾਂ ਸਾਨੂੰ ਕਿਹਦੇ ਵਿੱਚ ਰਹਿਣਾ ਚਾਹੀਦਾ ਹੈ, ਸਾਨੂੰ ਕਿਸੇ ਕੰਡਕਟਰ ਦੇ ਵਿੱਚ ਬੈਠ ਜਾਣਾ ਚਾਹੀਦਾ ਹੈ। ਫਿਰ ਸਾਨੂੰ ਕਦੇ ਵੀ ਜਿਹੜਾ ਕੀ ਹੈ ਉਸ ਬਿਜਲੀ ਕਰਕੇ ਇਲੈਕਟ੍ਰਿਕ ਸ਼ੌਕ ਨਹੀਂ ਲੱਗੇਗਾ ਤੇ ਸਾਨੂੰ ਕਿਸੇ ਦਰਖਤ ਦੇ ਨੀਚੇ ਨਹੀਂ ਖੜਨਾ ਚਾਹੀਦਾ। ਉਹ ਦੋਨੋਂ ਗੱਲਾਂ ਕਿਉਂ ਨੇ, ਉਹਦਾ ਮੈਂ ਕਾਰਨ ਤੁਹਾਨੂੰ ਦੱਸ ਰਿਹਾ। ਆ ਦੇਖੋ, ਹੁਣ ਦੇਖੋ ਬਹੁਤ ਜ਼ਿਆਦਾ ਚਾਰਜ ਸਟੋਰ ਹੋ ਗਿਆ ਕਲਾਉਡਸ ਤੇ, ਨੀਚੇ ਕੀ ਹੈ, ਅਰਥ ਹੈ, ਕੰਡਕਟਰ ਹੈ, ਤਾਂ ਆਪਾਂ ਨੂੰ ਪਤਾ ਹੈ ਇਹਦੇ ਤੇ ਉਨਾ ਹੀ ਕੀ ਹੋ ਜਾਊਗਾ, ਆਪੋਜ਼ਿਟ ਚਾਰਜ ਇੰਡਿਊਸ ਹੋ ਜਾਊਗਾ। ਇੰਡਕਸ਼ਨ ਸਭ ਨੇ ਪੜ੍ਹੀ ਹੈ, ਠੀਕ ਹੈ ਜੀ। ਹੁਣ ਦੇਖੋ ਚੈੱਕ ਕਰੋ, ਇੱਕ ਪੋਜ਼ਿਟਿਵ ਚਾਰਜ ਹੋ ਗਿਆ, ਇੱਕ ਕੀ ਹੋ ਗਿਆ, ਨੈਗੇਟਿਵ ਚਾਰਜ ਹੋ ਗਿਆ। ਇਹਦਾ ਮਤਲਬ ਇਸ ਡਾਇਰੈਕਸ਼ਨ ਦੇ ਵਿੱਚ ਕੀ ਆ ਗਿਆ, ਇੱਕ ਇਲੈਕਟ੍ਰਿਕ ਫੀਲਡ ਸੈੱਟ ਹੋ ਗਿਆ। ਅੱਛਾ, ਹੁਣ ਤੁਸੀਂ ਮੰਨ ਲਓ ਇੱਥੇ ਖੜੇ ਹੋ ਰਸਤੇ ਵਿੱਚ, ਠੀਕ ਹੈ, ਐਜ਼ ਇਟ ਇਜ਼, ਤਾਂ ਡੈਫੀਨੇਟਲੀ ਕੀ ਹੈ, ਜਿਹੜੀ ਇਹ ਇਲੈਕਟ੍ਰਿਸਿਟੀ ਹੈ ਇਹ ਸਾਡੀ ਬਾਡੀ ਦੇ ਵਿੱਚੋਂ ਪਾਸ ਕਰ ਸਕਦੀ ਹੈ, ਕਿਉਂਕਿ ਜਦੋਂ ਇਹ ਬਾਡੀ, ਆਪਣੀ ਬਾਡੀ ਵੀ ਕੀ ਹੈ, ਕੰਡਕਟਰ ਹੈਗੀ। ਜਦੋਂ ਕੰਡਕਟਰ ਹੈ ਤਾਂ ਆਪਾਂ ਇਹਨੂੰ ਕੀ ਆਪੋਜ਼ਿਟ ਕੀ ਹੈ, ਚਾਰਜ ਕੀ ਹੈ, ਇੰਡਿਊਸ ਕਰਾਂਗੇ, ਤਾਂ ਡੈਫੀਨੇਟਲੀ ਸਾਨੂੰ ਕੀ ਇਹਦੇ ਵਿੱਚ ਕੀ ਰਿਸਕ ਹੋਊਗਾ। ਤਾਂ ਅਸੀਂ ਕੀ ਕਰਾਂਗੇ, ਅਸੀਂ ਨਾ ਆਪਣੇ ਆਪ ਨੂੰ ਸ਼ੀਲਡ ਕਰ ਲਾਂਗੇ, ਕਿਹਦੇ ਵਿੱਚ, ਇਨਸਾਈਡ ਆ ਕੰਡਕਟਰ। ਅਸੀਂ ਆਪਣੇ ਆਪ ਨੂੰ ਕੀ ਹੈ, ਸ਼ੀਲਡ ਕਰ ਲਾਂਗੇ, ਕਿਹਦੇ ਵਿੱਚ, ਕੰਡਕਟਰ। ਸ਼ੀਲਡ ਮਤਲਬ ਆਪਣੇ ਆਪ ਨੂੰ ਮਤਲਬ ਲੁਕੋ ਲੈਣਾ, ਆਪਾਂ ਕਹਿ ਸਕਦੇ ਹਾਂ, ਠੀਕ ਹੈ, ਬਚਾਉਣ ਦੇ ਲਈ ਆਪਣੇ ਆਪ ਨੂੰ। ਤਾਂ ਜਦੋਂ ਕੰਡਕਟਰ ਰੱਖੋਗੇ ਤਾਂ ਆਪਾਂ ਨੂੰ ਪਤਾ ਵੀ ਇਸ ਸਾਈਡ ਕੀ ਆ ਜਾਊਗਾ, ਨੈਗੇਟਿਵ ਚਾਰਜ ਆ ਜਾਊਗਾ, ਇਸ ਸਾਈਡ ਕੀ ਆ ਜਾਊਗਾ, ਪੋਜ਼ਿਟਿਵ ਚਾਰਜ ਆ ਜਾਊਗਾ। ਜਿਹੜਾ ਇਲੈਕਟ੍ਰਿਕ ਫੀਲਡ ਬਾਹਰੋਂ ਆਊਗਾ ਉਹਨੂੰ ਅੰਦਰ ਵਾਲਾ ਇਲੈਕਟ੍ਰਿਕ ਫੀਲਡ ਕੰਡਕਟਰ ਦਾ ਕੀ ਕਰ ਦੂਗਾ, ਕੈਂਸਲ ਆਊਟ ਕਰ ਦੂਗਾ, ਤੇ ਪੂਰੇ ਰੀਜਨ ਦੇ ਅੰਦਰ ਇਲੈਕਟ੍ਰਿਕ ਫੀਲਡ ਕਿੰਨਾ ਰਹੂਗਾ, 0 ਰਹੂਗਾ। ਅਗਰ ਇਲੈਕਟ੍ਰਿਕ ਫੀਲਡ 0 ਰਹੂਗਾ ਤਾਂ ਅਸੀਂ ਕੀ ਰਹਾਂਗੇ, ਸੇਫ ਰਹਾਂਗੇ। ਇਸੇ ਇਫੈਕਟ ਨੂੰ ਤੁਹਾਡੀ ਬੁੱਕ ਦੇ ਵਿੱਚ ਇੱਕ ਕੁਐਸਚਨ ਬਣਾ ਕੇ ਲਿਖਿਆ ਹੋਇਆ ਹੈ ਕਿ ਵਾਟ ਡੂ ਯੂ ਮੀਨ ਬਾय ਸ਼ੀਲਡਿੰਗ ਇਫੈਕਟ। ਤਾਂ ਸ਼ੀਲਡਿੰਗ ਇਫੈਕਟ ਕੁਝ ਹੋਰ ਨਹੀਂ ਬੱਚੇ, ਸ਼ੀਲਡਿੰਗ ਇਫੈਕਟ ਕੀ ਹੈ ਕਿ ਕਿਸੇ ਵੀ ਗਿਵਨ ਇਲੈਕਟ੍ਰਿਕ ਫੀਲਡ ਦੇ ਵਿੱਚ ਜਦੋਂ ਅਸੀਂ ਕਿਸੇ ਕੰਡਕਟਰ ਦੇ ਇਨਸਾਈਡ ਕੋਈ ਬਾਡੀ ਰੱਖ ਦਿੰਦੇ ਆ ਤਾਂ ਉਹ ਸ਼ੀਲਡ ਹੋ ਜਾਂਦੀ ਹੈ, ਬਿਕੋਜ਼ ਇਲੈਕਟ੍ਰਿਕ ਫੀਲਡ ਇਨਸਾਈਡ ਦਾ ਕੰਡਕਟਰ ਇਜ਼ 0। ਅੱਛਾ, ਜੇ ਮੰਨ ਲਓ ਤੁਸੀਂ ਕਿਸੇ ਦਰਖਤ ਨੀਚੇ ਖੜੇ ਹੋ, ਦਰਖਤ ਤੁਹਾਨੂੰ ਪਤਾ ਇਨਸੂਲੇਟਰ ਹੈ, ਤਾਂ ਤੁਹਾਡਾ ਹਾਲ ਕੀ ਹੈ, ਇਹੋ ਜਿਹਾ ਹੋਊਗਾ ਜਿਵੇਂ ਆ ਇਨਸੂਲੇਟਰ ਦਾ ਮੈਂ ਦਿਖਾਇਆ, ਤੁਹਾਡੇ ਵਿੱਚੋਂ ਦੀ ਜਿਹੜੀਆਂ ਇਲੈਕਟ੍ਰਿਕ ਫੀਲਡ ਲਾਈਨਸ ਕੀ ਕਰ ਜਾਣਗੀਆਂ, ਕ੍ਰਾਸ ਕਰ ਜਾਣਗੀਆਂ, ਤੇ ਸਾਡੇ ਜਿਹੜੇ ਵਾਲ ਆ ਉਹ ਕੀ ਹੈ, ਖੜੇ ਹੋ ਜਾਣਗੇ ਡਿਊ ਟੂ ਇਲੈਕਟ੍ਰਿਸਿਟੀ। ਠੀਕ ਹੈ ਜੀ, ਤਾਂ ਆਈ ਹੋਪ ਕਿ ਪ੍ਰੋਪਰਟੀਜ਼ ਤੁਹਾਨੂੰ ਕਲੀਅਰ ਹੋ ਗਈਆਂ ਹੋਣਗੀਆਂ। ਉਸ ਤੋਂ ਬਾਅਦ ਜਿਹੜੀ ਨੈਕਸਟ ਪ੍ਰੋਪਰਟੀ ਅਸੀਂ ਗੱਲ ਕਰ ਰਹੇ ਹਾਂ ਉਹ ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈਗੀ। ਜਿਹੜੀਆਂ ਇਲੈਕਟ੍ਰਿਕ ਫੀਲਡ ਲਾਈਨਸ ਨੇ ਸਰ ਕਰੰਟ ਕਿੱਧਰ ਜਾਊ ਸਰ, ਫਿਰ ਕਰੰਟ ਕਿੱਧਰ ਜਾਊ? ਕਰੰਟ ਦੇਖੋ, ਕਰੰਟ ਨੂੰ ਨਾ ਰਸਤਾ ਚਾਹੀਦਾ ਹੁੰਦਾ ਜਾਣ ਵਾਸਤੇ, ਹਨਾ। ਜਦੋਂ ਆਪਾਂ ਨੂੰ ਰਸਤਾ ਮਿਲ ਗਿਆ ਉਹ ਅਰਥ ਨੂੰ ਜਾਊਗਾ। ਆ ਦੇਖੋ ਮੈਂ ਤੁਹਾਨੂੰ ਦੱਸਦਾ, ਤੁਸੀਂ ਇੱਥੇ ਪੁੱਛ ਰਹੇ ਹੋ ਨਾ, ਆ ਦੇਖੋ ਪੋਜ਼ਿਟਿਵ ਟੂ ਨੈਗੇਟਿਵ ਤਾਂ ਇਹ ਹੋ ਗਿਆ, ਅੰਦਰੋਂ ਨੇ ਕੈਂਸਲ ਕਰਤਾ। ਆ ਦੇਖੋ ਫਿਰ ਪੋਜ਼ਿਟਿਵ ਟੂ ਨੈਗੇਟਿਵ ਤਾਂ ਹਜੇ ਵੀ ਅਰਥ ਨਾਲ ਉਹਦੇ ਵਿੱਚ ਹੈਗਾ ਹੀ ਹੈਗਾ। ਮਤਲਬ ਇਹ ਬਾਡੀ ਦੇ ਥਰੂ ਹੋ ਕੇ, ਜਿਹੜਾ ਕੰਡਕਟਰ ਹੈ ਨਾ, ਉਸ ਕੰਡਕਟਰ ਦੇ ਥਰੂ ਹੋ ਕੇ ਕਿਹਨੂੰ ਜਾਊਗਾ, ਅਰਥ ਨੂੰ ਜਾਊਗਾ। ਕਿੱਥੇ ਤਾਂ ਉਹਨੇ ਸਾਡੇ ਵਿੱਚ ਦੀ ਜਾਣਾ ਸੀ, ਅਸੀਂ ਆਪਣੇ ਆਪ ਨੂੰ ਸ਼ੀਲਡ ਕਰ ਲਿਆ, ਠੀਕ ਹੈ। ਉਸ ਕੰਡਕਟਰ ਦੀ ਬਾਡੀ ਦੇ ਥਰੂ ਕਿੱਧਰ ਚੱਲ ਜਾਊਗਾ, ਅਰਥ ਨੂੰ ਚੱਲ ਜਾਊਗਾ। ਕਲੀਅਰ? क्लियर है मंशु? यस सर। हाँ जी, नेक्स्ट है जी, इलेक्ट्रिक फील्ड लाइंस आर ऑलवेज
परपेंडिकुलर टू द सरफेस। ये प्रॉपर्टी भी बहुत इंपॉर्टेंट है, जिन्नी छोटी जी प्रॉपर्टी है उन्नी ज्यादा इंपॉर्टेंट है। कहते ਜਿਹੜੇ ਇਲੈਕਟ੍ਰਿਕ ਫੀਲਡ ਲਾਈਨਸ ਨੇ ਨਾ ਉਹ ਹਮੇਸ਼ਾ ਪਰਪੈਂਡੀਕੂਲਰ ਹੁੰਦੀਆਂ ਨੇ ਸਰਫੇਸ ਦੇ। ਹੁਣ ਕਿਹੜਾ ਸਰਫੇਸ? ਕੋਈ ਵੀ ਕੰਡਕਟਰ ਦਾ ਸਰਫੇਸ, ਠੀਕ ਹੈ, ਕੋਈ ਵੀ ਸਰਫੇਸ। ਮੰਨ ਲਓ ਜਿਵੇਂ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ, ਮੰਨ ਲਓ ਤੁਹਾਡੇ ਕੋਲੇ ਕੋਈ ਹੈ, ਇੱਥੇ ਇੱਕ ਬੋਡੀ ਹੈ, ਠੀਕ ਹੈ, ਇਸ ਬੋਡੀ ਤੇ ਕੀ ਹੈ? ਪੋਜ਼ਿਟਿਵ ਚਾਰਜ। ਇਸ ਬੋਡੀ ਤੇ ਕੀ ਹੈ? ਪੋਜ਼ਿਟਿਵ ਚਾਰਜ ਹੈ। ਮੈਂ ਤੁਹਾਨੂੰ ਕਹਾਂ ਇਲੈਕਟ੍ਰਿਕ ਫੀਲਡ ਲਾਈਨਸ ਡਰਾ ਕਰੋ, ਕਿਵੇਂ ਕਰੋਗੇ? ਤਾਂ ਪੋਜ਼ਿਟਿਵ ਚਾਰਜ ਹੈ, ਤੁਹਾਨੂੰ ਪਤਾ ਵੀ ਇਲੈਕਟ੍ਰਿਕ ਫੀਲਡ ਲਾਈਨਸ ਕੀ ਹੋਣਗੀਆਂ? ਬਾਹਰ ਵੱਲ ਹੋਣਗੀਆਂ। ਹੁਣ ਕੋਈ ਬੱਚਾ ਮੰਨ ਲਓ ਏਦਾਂ ਡਰਾ ਕਰ ਰਿਹਾ, ਤਾਂ ਇਹ ਬੱਚੇ ਇਲੈਕਟ੍ਰਿਕ ਫੀਲਡ ਲਾਈਨ ਗਲਤ ਹੋਏਗੀ। ਕਿਉਂ? ਕਿਉਂਕਿ ਇਹਦਾ ਜਿਹੜਾ ਇਲੈਕਟ੍ਰਿਕ ਫੀਲਡ ਲਾਈਨ ਦਾ ਸਰਫੇਸ ਨਾਲ ਐਂਗਲ 90 ਨਹੀਂ ਬਣ ਰਿਹਾ, ਤਾਂ ਬਣਾਵਾਂਗੇ ਕਿਵੇਂ? ਦਿਸ ਇਜ਼ ਦਾ ਰਾਈਟ ਵੇ। ਇਸ ਤਰੀਕੇ ਨਾਲ, ਇਸ ਤਰੀਕੇ ਨਾਲ ਬਣਾ ਸਕਦੇ, ਇਸ ਤਰੀਕੇ ਨਾਲ ਬਣਾ ਸਕਦੇ। ਦੇਖੋ ਇੱਥੇ ਐਂਗਲ ਕਿੰਨਾ ਬਣ ਰਿਹਾ? 90। ਇੱਥੇ ਐਂਗਲ ਬਣ ਰਿਹਾ 90। ਇੱਥੇ ਐਂਗਲ ਬਣ ਰਿਹਾ 90। ਆ ਤਿੰਨੋਂ ਮੈਥਡ ਸਹੀ ਨੇ, ਜਿਹੜਾ ਪਹਿਲਾਂ ਵਾਲਾ ਮੈਥਡ ਆ ਉਹ ਗਲਤ ਹੈ। ਹੁਣ ਅਸੀਂ ਪ੍ਰੂਫ ਕਰਨਾ ਹੈ ਕਿ ਵਾਕਈ ਇਹ ਐਵੇਂ ਹੁੰਦਾ, ਜਾਂ ਮਤਲਬ ਸਰ ਐਵੇਂ ਹੀ ਕਹਿ ਰਹੇ ਨੇ। ਤਾਂ ਆਪਾਂ ਉਹ ਚੀਜ਼ ਪ੍ਰੂਫ ਕਰਨ ਵਾਸਤੇ ਇੱਕ ਕੰਟਰਾਡਿਕਸ਼ਨ ਦਾ ਮੈਥਡ ਅਸੀਂ ਯੂਜ਼ ਕਰਾਂਗੇ, ਠੀਕ ਹੈ? ਕਿਵੇਂ? ਦੇਖੋ ਮੰਨ ਲਓ ਤੁਹਾਡੇ ਕੋਲੇ ਆ ਇੱਕ ਬੋਡੀ ਹੈ, ਜਿਸ ਬੋਡੀ ਤੇ ਕਿਹੜਾ ਚਾਰਜ ਹੈ? ਸਪੋਜ਼ ਪੋਜ਼ਿਟਿਵ ਚਾਰਜ। ਆਪਾਂ ਪ੍ਰੂਫ ਕਰਨ ਜਾ ਰਹੇ ਹੈਗੇ ਕਿ ਇਲੈਕਟ੍ਰਿਕ ਫੀਲਡ ਲਾਈਨਸ ਕਿਨੇ ਪਰਪੈਂਡੀਕੂਲਰ ਨੇ। ਮੈਂ ਅਸਿਊਮ ਕਰ ਲੈਣਾ ਵੀ ਪਰਪੈਂਡੀਕੂਲਰ ਨਹੀਂ ਹੈਗੀਆਂ, ਸਪੋਜ਼ ਇਸ ਡਾਇਰੈਕਸ਼ਨ ਤੇ। ਸਪੋਜ਼ ਕਰ ਲਓ, ਸਪੋਜ਼ ਤਾਂ ਕਰ ਹੀ ਸਕਦੇ ਨਾ ਵੀ ਇਸ ਡਾਇਰੈਕਸ਼ਨ ਤੇ, ਤੇ ਇਹ ਸਰਫੇਸ ਨਾਲ ਇਹਦਾ ਐਂਗਲ ਬਣਦਾ ਕੋਈ ਥੀਟਾ, ਐਂਗਲ ਬਣ ਰਿਹਾ ਥੀਟਾ। ਤਾਂ ਹੁਣ ਸਾਨੂੰ ਇਹ ਪਤਾ ਹੈ ਕਿ ਜੇ ਇਲੈਕਟ੍ਰਿਕ ਫੀਲਡ ਤਾਂ ਆਪਾਂ ਨੂੰ ਪਤਾ ਇੱਕ ਵੈਕਟਰ ਕੁਆਂਟੀਟੀ ਹੈ, ਸਰਫੇਸ ਨਾਲ ਐਂਗਲ ਬਣ ਰਿਹਾ ਥੀਟਾ, ਤਾਂ ਮੈਂ ਇਹਦੇ ਦੋ ਕੰਪੋਨੈਂਟ ਬਣਾ ਸਕਦਾ। ਆਨਸਰ ਹੈ ਯੈਸ, ਬਣਾ ਸਕਦਾ। एक कंपोनेंट हो गया हॉरिजॉन्टल कंपोनेंट, एक कंपोनेंट केड़ा हो गया? एक कंपोनेंट हो गया वर्टिकल कंपोनेंट। आ दो कंपोनेंट होंगे दे। अच्छा, जेड़ा हॉरिजॉन्टल कंपोनेंट है इहदा नाम की होगा? ई cos थीटा। ते वर्टिकल जेड़ा होगा ओहदा कंपोनेंट दा नाम होगा ई sin थीटा। हुण जे असीं ये मान के चलिए कि जेड़ा चार्ज क्यू है इस बॉडी ते, ओहदे ते आ वाला फील्ड कम कर रहा है, सपोज जे ਇਹਦੇ ਤੇ ਇਹ ਵਾਲਾ ਫੀਲਡ ਕੰਮ ਕਰੂਗਾ, ਕਿਹੜਾ ਫੀਲਡ? E cos ਥੀਟਾ। ਤਾਂ ਆਪਾਂ ਨੂੰ ਪਤਾ ਨਾ ਬੱਚੇ ਇਸ ਚਾਰਜ ਤੇ ਫੋਰਸ ਲੱਗੂਗੀ। ਫੋਰਸ ਦਾ ਅਸੀਂ ਫਾਰਮੂਲਾ ਪੜਿਆ ਸੀ F Q * E। ਹੁਣ ਜੇ ਮੈਂ E ਦਾ ਕੰਪੋਨੈਂਟ E cos ਥੀਟਾ ਲੈ ਕੇ ਚੱਲਦੇ ਆ, ਤਾਂ ਫੋਰਸ ਕਿੰਨੀ ਲੱਗੂਗੀ? F Q E cos ਥੀਟਾ ਲੱਗੂਗੀ। ਹੁਣ ਜੇ ਚਾਰजेस ਤੇ ਫੋਰਸ ਲੱਗ ਰਹੀ ਹੈ, ਇਹਦਾ ਮਤਲਬ ਚਾਰजेस ਕੀ ਕਰਨ ਲੱਗੇ? ਮੂਵ ਕਰਨ ਲੱਗੇ। ਜੇ ਚਾਰजेस ਬੱਚੇ ਮੂਵ ਕਰਨ ਲੱਗੇ, ਇਹਦਾ ਮਤਲਬ ਕੀ ਬਣ ਗਿਆ? ਕਰੰਟ ਬਣ ਗਿਆ। देखो ये तो गलत हो गया ना, बैटरी असी कोई लाई नहीं, असी पढ़ इलैक्ट्रोस्टैटिक रहे हैं, फोर्स चार्जेस ते लगन लग गई जिहदे नाल चार्जेस मूव होने लग गए। ਇਹਦਾ मतलब ਜਿਹੜਾ ਅਸੀਂ ਇਹ E cos थीटा ਕੰਪੋਨੈਂਟ ਲੈ ਕੇ ਚੱਲਦੇ ਆ, ਇਹ ਸਾਡੀ ਕਿਤੇ ਨਾ ਕਿਤੇ ਮਿਸਟੇਕ ਹੈ। ਇਹਦਾ मतलब ਮੈਂ ਕਹਿ ਸਕਦਾ ਹੈ ਕਿ ਵਿਦਆਊਟ ਬੈਟਰੀ ਕਰੰਟ ਤਾਂ ਫਲੋ ਨਹੀਂ ਕਰ ਸਕਦਾ, ਇਹਦਾ मतलब ਚਾਰजेस मूव ਨਹੀਂ ਕਰ ਸਕਦੇ। ਇਹਦਾ मतलब ਇਹ ਵਾਲੀ ਫੋਰਸ ਜਿਹੜੀ ਹੈਗੀ ਹੈ ਇਹ ਨਹੀਂ ਲੱਗ ਰਹੀ। ਹੁਣ ਅਗਰ ਫੋਰਸ मैं कह रहा भी नहीं लग रही है, मतलब फोर्स जीरो है, यही मतलब हो गया, और तो कोई मतलब बनता नहीं। अच्छा, जो फोर्स जीरो है ਇਹਦਾ मतलब क्यू E cos थीटा जीरो होगा। अच्छा, क्यू जीरो है नहीं क्योंकि बॉडी ਤੇ ਕੁਝ ਨਾ ਕੁਝ ਚਾਰਜ ਤਾਂ ਹੈਗਾ ਹੀ ਹੈ। ਤਾਂ ਦੇਖੋ ਦੋ ਦੀ ਪ੍ਰੋਡਕਟ ਬੱਚੇ ਜ਼ੀਰੋ ਉਦੋਂ ਹੀ ਹੁੰਦੀ ਹੈ ਜਦੋਂ ਉਹਨਾਂ ਚੋਂ ਇੱਕ ਕੁਆਂਟੀਟੀ ਜ਼ੀਰੋ ਹੋਵੇ। ਅਗਰ क्यू ਜ਼ੀਰੋ ਨਹੀਂ ਹੈਗਾ, ਇਹਦਾ मतलब ਕੀ ਹੈ? ਦੂਸਰਾ ਕੰਪੋਨੈਂਟ E cos थीटा ਇਹ ਕਿੰਨਾ ਹੈਗਾ? ਇਹ ਜ਼ੀਰੋ ਹੈ। अच्छा, फिर इलैक्ट्रिक फील्ड जीरो नहीं है क्योंकि जो चार्ज है, चार्ज करके इलैक्ट्रिक फील्ड दा एग्जिस्ट करेगा ही। फिर दो क्वांटिटीज दा मल्टीपल कितना बन रहा? जीरो। E जीरो नहीं हैगा, ਇਹਦਾ मतलब ਕੀ ਹੋਊਗਾ? cos थीटा जीरो है। cos थीटा जीरो कदों ਹੁੰਦਾ ਹੈ? जो थीटा कितना ਹੋਵੇ? 90 डिग्री। cos थीटा जीरो कदों ਹੁੰਦਾ ਹੈ? ਜਦੋਂ थीटा कितना ਹੋਵੇ? 90 डिग्री। ਆ ਦੇਖੋ ਅਸੀਂ ਇੱਥੇ ਪ੍ਰੂਫ ਕਰਤਾ ਕਿ ਜਿਹੜਾ ਇਹ ਐਂਗਲ ਥੀਟਾ ਅਸੀਂ ਲੈ ਕੇ ਚੱਲੇ ਸੀਗੇ ਉਹਦੀ ਵੈਲਿਊ ਕਿੰਨੀ ਹੈ? 90 डिग्री। ਇਹਦਾ मतलब कि इलेक्ट्रिक फील्ड लाइंस ऑलवेज परपेंडिकुलर टू दी सरफेस। देखो जी क्लियर है? जे क्लियर है तो यस का मैसेज जरूर लिखो, जे कोई डाउट है तो पूछ सकते हो।
हाँ जी बच्चे, हाँ जी बिल्कुल मैं रिपीट कर देना। ਅਸੀਂ कह रहे ਸੀ ਇਲੈਕਟ੍ਰਿਕ ਫੀਲਡ ਜਿਹੜੀਆਂ ਲਾਈਨਸ ਨੇ ਨਾ ਉਹ ਸਰਫੇਸ ਤੋਂ ਪਰਪੈਂਡੀਕੂਲਰ ਹੁੰਦੀਆਂ ਨੇ, ਮਤਲਬ ਸਰਫੇਸ ਨਾਲ ਉਹਦਾ ਐਂਗਲ 90 ਡਿਗਰੀ ਹੋਣਾ ਚਾਹੀਦਾ ਹੈ। ਉਹਨੂੰ ਅਸੀਂ ਪ੍ਰੂਵ ਕਰ ਰਹੇ ਹਾਂ ਵਿਦ ਦੀ ਹੈਲਪ ਆਫ ਕੰਟਰਡਿਕਸ਼ਨ ਮੈਥਡ। ਮੈਂ ਕਿਹਾ ਯਾਰ ਵੀ ਨਹੀਂ ਹੁੰਦੀਆਂ, ਕਿਸੇ ਐਂਗਲ ਥੀਟਾ ਤੇ ਹੁੰਦੀਆਂ। ਮੈਂ ਦੁਬਾਰਾ ਬਣਾਵਾਂ, मान लो बॉडी, ठीक है, चार्ज हैगा पॉजिटिव, कितना चार्ज है मान लो मैंने किसी स्टूडेंट ने कहा भी सर नहीं ਹੁੰਦੀਆਂ ਜੀ, ਤੁਸੀਂ ਤਾਂ ਐਵੇਂ ਬਣਾਓ ਵੀ ਇਲੈਕਟ੍ਰਿਕ ਫੀਲਡ ਲਾਈਨ ਐਵੇਂ ਹੁੰਦੀ ਹੈ। ਮੈਂ ਚਲ ਠੀਕ ਹੈ ਯਾਰ ਤੇਰੀ ਗੱਲ ਸਹੀ ਹੈ, ਇਲੈਕਟ੍ਰਿਕ ਫੀਲਡ ਆਪਾਂ ਬਣਾ ਦਾਂਗੇ। ਉਹਦੇ ਸਰਫੇਸ ਨਾਲ ਐਂਗਲ ਕਿੰਨਾ ਬਣਾ ਲਿਆ ਆਪਾਂ ਥੀਟਾ। ਤਾਂ ਫਿਰ ਮੈਂ ਉਹਨੂੰ ਕਿਹਾ ਵੀ ਇਲੈਕਟ੍ਰਿਕ ਫੀਲਡ ਦੇ ਅਸੀਂ ਦੋ ਕੰਪੋਨੈਂਟ ਬਣਾ ਸਕਦੇ ਹਾਂ, ਇੱਕ ਹੌਰੀਜ਼ੌਂਟਲ ਕੰਪੋਨੈਂਟ ਇੱਕ ਵਰਟੀਕਲ ਕੰਪੋਨੈਂਟ। ਕਹਿੰਦਾ ਹਾਂਜੀ ਸਰ ਬਿਲਕੁਲ ਬਣਾ ਸਕਦੇ। ਤਾਂ ਅਸੀਂ ਦੋ ਕੰਪੋਨੈਂਟ ਬਣਾਤੇ, ਇੱਕ ਬਣਾਤਾ e cos ਥੀਟਾ, ਇੱਕ ਬਣਾਤਾ e sin ਥੀਟਾ, ਦੋ ਕੰਪੋਨੈਂਟ ਬਣ ਗਏ। अच्छा मैं की क्या भी e cos थीटा कंपोनेंट ना इस चार्ज से कम कर रहा है। हुन अगर e cos थीटा कंपोनेंट कम कर रहा है दैट मींस इस बॉडी ते फोर्स लग रही है, F = q e, e दी जगह ते की आ गया e cos थीटा। अच्छा जे फोर्स लगूगी चार्जेस ते ਇਹਦਾ मतलब चार्जेस मूव करनगे, जो मूव करनगे ਇਹਦਾ मतलब करंट बनूगा। बैटरी ਅਸੀਂ कोई लाई नहीं, ਇਹਦਾ मतलब करंट ਤਾਂ नहीं बन सकदा। ਇਹਦਾ मतलब ਇਹ ਚਾਰजेस ਐਕਚੁਅਲ ਚ मूव ही नहीं कर रहे। ਜਦੋਂ मूव नहीं कर रहे ਇਹਦਾ मतलब ਇਹਨਾਂ ਤੇ ਫੋਰਸ ਹੀ ਨਹੀਂ ਲੱਗ ਰਹੀ। ਜੇ ਮੈਂ e cos थीटा ਦੇ ਅਕੋਰਡਿੰਗ ਸੋਚਦਾ ਹਾਂ, ਇਹਦੇ ਅਕੋਰਡਿੰਗ ਇਹਦੇ ਤੇ ਫੋਰਸ ਨਹੀਂ ਲੱਗ ਰਹੀ। ਜੇ ਨਹੀਂ ਲੱਗ ਰਹੀ ਇਹਦਾ मतलब ਕੀ ਹੈ q * e cos थीटा ਦੀ ਵੈਲਿਊ 0 ਹੈ। ਅੱਛਾ q 0 ਹੋ ਨਹੀਂ ਸਕਦਾ ਕਿਉਂਕਿ ਚਾਰਜ ਆਪਾਂ ਗਿਵਨ ਕਰਤਾ ਵੀ ਬੋਡੀ ਤੇ ਹੈਗਾ ਹੀ ਹੈਗਾ। ਇਹਦਾ मतलब ਇਹੀ ਬਚਿਆ ਨਾ ਵੀ e cos थीटा 0 ਹੋ ਗਿਆ। ਹੁਣ e ਵੀ 0 ਨਹੀਂ ਹੋ ਸਕਦਾ ਕਿਉਂਕਿ ਚਾਰਜ ਹੈ, ਜਿੱਥੇ ਚਾਰਜ ਆ ਉਹਦਾ ਫੀਲਡ ਹੋਏਗਾ ਹੀ ਹੋਏਗਾ। ਇਹਦਾ मतलब ਇਲੈਕਟ੍ਰਿਕ ਫੀਲਡ ਵੀ 0 ਨਹੀਂ ਹੈਗਾ। ਜੇ ਨਹੀਂ ਹੈਗਾ ਇਹਦਾ मतलब ਕੌਣ 0 ਹੋਊਗਾ? ਆਨਸਰ ਹੈ cos थीटा 0 ਹੈ। ਤਾਂ ਥੀਟਾ ਕਿੰਨਾ ਆ ਗਿਆ 90। ਇਹਦਾ मतलब ਜਿਹੜਾ ਅਸੀਂ ਆ ਥੀਟਾ ਲਿੱਤਾ ਸੀਗਾ ਇਹ ਥੀਟਾ ਕਿੰਨਾ ਹੋਏਗਾ 90 ਡਿਗਰੀ। ਤਾਂ ਇਹ ਪ੍ਰੋਪਰਟੀ ਕਾਫੀ ਇੰਪੋਰਟੈਂਟ ਪ੍ਰੋਪਰਟੀ ਹੈ ਜੀ ਕਿ ਇਲੈਕਟ੍ਰਿਕ ਫੀਲਡ ਲਾਈਨਸ ਆਰ ਆਲਵੇਜ਼ ਪਰਪੈਂਡੀਕੂਲਰ ਟੂ ਦਾ ਸਰਫੇਸ। ठीक है जी, ਇਹਦੇ ਨਾਲ ਜਿਹੜੀਆਂ ਇਲੈਕਟ੍ਰਿਕ ਫੀਲਡ ਦੀਆਂ ਪ੍ਰੋਪਰਟੀਆਂ ਸੀਗੀਆਂ ਉਹ ਕੰਪਲੀਟ ਹੋ ਗਈਆਂ। ਹੁਣ ਮੈਂ ਤੁਹਾਨੂੰ ਕੁਐਸਚਨ ਦਿਖਾਉਣਾ ਸੀਬੀਐਸਈ ਬੋਰਡ ਦੇ ਵਿੱਚ ਕੁਐਸਚਨਸ ਕਿਵੇਂ ਦੇ ਆਉਂਦੇ ਨੇ। ਜਿਵੇਂ ਤੁਹਾਨੂੰ ਕੀ ਕਹਿਣਗੇ, ਮੰਨ ਲਓ ਤੁਹਾਨੂੰ ਕੋਈ ਐਵੇਂ ਦੀ ਪਲੇਟ ਦੇਤੀ ਇੱਕ, ਠੀਕ ਹੈ, ਇੱਕ ਪਲੇਟ ਐਵੇਂ ਦੇਤੀ, ਐਵੇਂ ਦੋ ਪਲੇਟਾਂ ਦੇਤੀਆਂ ਤੇ ਤੁਹਾਨੂੰ ਬਣੀ ਬਣਾਈ ਮਿਲੂਗੀ ਡਾਇਗਰਾਮ ਉੱਥੇ। ਤੁਹਾਨੂੰ ਕਹਿਣਗੇ ਆ ਪਲੇਟ ਪੋਜ਼ਿਟਿਵ ਹੈ, ਆ ਪਲੇਟ ਕੀ ਹੈ ਨੈਗੇਟਿਵਲੀ ਚਾਰਜ ਹੈ, ਤੇ ਤੁਹਾਨੂੰ ਕਹਿਣਗੇ ਇਹਦੇ ਰਸਤੇ 'ਚ ਨਾ ਕੰਡਕਟਰ ਪਿਆ, ਇਹਦੇ ਰਸਤੇ 'ਚ ਕੀ ਪਿਆ ਇੱਕ ਕੰਡਕਟਰ। ਮੈਂ ਸੋਲਿਡ ਬਣਾ ਦਵਾਂ, ਏਦਾਂ ਦੇ ਵਿੱਚ ਕੰਡਕਟਰ ਹੈ ਤੁਹਾਨੂੰ ਕਹਿਣਗੇ। ਤੇ ਇਹਦੇ 'ਚ ਨਾ ਡਿਫਰੈਂਟ ਤੁਹਾਨੂੰ ਇਲੈਕਟ੍ਰਿਕ ਫੀਲਡ ਲਾਈਨਸ ਬਣਾ ਕੇ ਦਿੱਤੀਆਂ ਹੋਣਗੀਆਂ, ਕਿਵੇਂ ਕਿਵੇਂ ਦੀਆਂ ਹੋ ਸਕਦੀਆਂ ਨੇ। ਕੋਈ ਇਲੈਕਟ੍ਰਿਕ ਫੀਲਡ ਲਾਈਨ ਐਵੇਂ ਬਣਾ ਦੇਣਗੇ ਵੀ ਆਹ ਇੱਕ ਇਲੈਕਟ੍ਰਿਕ ਫੀਲਡ ਲਾਈਨ ਹੈ ਜੀ, ਹੋ ਸਕਦਾ ਕੋਈ ਇਲੈਕਟ੍ਰਿਕ ਫੀਲਡ ਲਾਈਨ ਐਵੇਂ ਬਣਾ ਦੇਣ, ਠੀਕ ਹੈ, ਹੋ ਸਕਦਾ ਕੋਈ ਇਲੈਕਟ੍ਰਿਕ ਫੀਲਡ ਲਾਈਨ ਤੁਹਾਨੂੰ ਐਵੇਂ ਬਣਾ ਕੇ ਦੇ ਦੇਣ। ਏਦਾਂ ਬਣਾ ਕੇ ਦੇ ਦੇਣ, ਠੀਕ ਹੈ, ਹੋ ਸਕਦਾ ਕੋਈ ਇਲੈਕਟ੍ਰਿਕ ਫੀਲਡ ਲਾਈਨ ਤੁਹਾਨੂੰ ਐਂ ਬਣਾ ਕੇ ਦੇ ਦੇਣ ਏਦਾਂ। ਮੰਨ ਲਓ ਇਹਦਾ ਮੈਂ ਨੰਬਰ 1 ਕਹਿ ਦੇਣਾ, ਇਹਨੂੰ ਆ ਮੈਂ 2 ਕਹਿ ਦੇਣਾ, ਆ ਇਹਨੂੰ ਮੈਂ 3 ਕਹਿ ਦੇਣਾ, ਇਹਨੂੰ ਮੈਂ 4 ਕਹਿ ਦੇਣਾ। ਤੁਹਾਨੂੰ ਪੁੱਛਣਗੇ ਕਿ ਇਹਨਾਂ ਵਿੱਚੋਂ ਕਿਹੜੀ ਇਲੈਕਟ੍ਰਿਕ ਫੀਲਡ ਲਾਈਨ ਬਿਲਕੁਲ ਸਹੀ ਹੈ, ਜਾਂ ਪੁੱਛ ਸਕਦੇ ਵੀ ਕਿਹੜੀਆਂ ਕਿਹੜੀਆਂ ਇਲੈਕਟ੍ਰਿਕ ਫੀਲਡ ਲਾਈਨਸ ਗਲਤ ਨੇ। ਤਾਂ ਤੁਸੀਂ ਮੈਨੂੰ ਆਨਸਰ ਦਿਓ ਕਿ ਕਿਹੜੀ ਕਿਹੜੀ ਇਲੈਕਟ੍ਰਿਕ ਫੀਲਡ ਲਾਈਨ ਤੁਹਾਨੂੰ ਲੱਗ ਰਹੀ ਹੈ ਵੀ ਜਿਹੜੀ ਸਹੀ ਹੈ। ਤੁਸੀਂ ਕਿਵੇਂ ਸੋਚਦੇ ਹੋ? 1 ਫਸਟ ਵਾਲੀ ਸਹੀ ਆ। ਫਸਟ ਵਾਲੀ ਸਹੀ ਹੈ, 1 ਕਰੋਗੇ ਹਾਂਜੀ 3 ਤੇ 4 ਸੁਰਿੰਦਰ ਕਹਿ ਰਿਹਾ 3 ਤੇ 4 ਸਹੀ ਹੈ। ਓਕੇ ਸੁਰਿੰਦਰ ਦਾ ਆਈਡੀਆ ਥੋੜਾ ਬਹੁਤ ਠੀਕ ਹੈ ਕਿਉਂਕਿ ਡਾਇਗਰਾਮ ਦੇਖ ਕੇ ਹੀ ਕਿਤੇ ਨਾ ਕਿਤੇ ਲੱਗ ਰਿਹਾ ਹੈ। ਦੇਖੋ 1 ਤਾਂ ਬੱਚੇ ਕਦੇ ਵੀ ਨਹੀਂ ਹੋ ਸਕਦੀ ਕਿਉਂਕਿ ਆਪਾਂ ਕੀ ਪਲੇਸ ਕੀਤਾ ਹੈ ਕੰਡਕਟਰ, ਠੀਕ ਹੈ। ਮੈਂ ਤੁਹਾਨੂੰ ਕੀ ਬੋਲਿਆ, ਕੀ ਰੱਖਿਆ ਕੰਡਕਟਰ, ਕੰਡਕਟਰ ਦੇ ਇਨਸਾਈਡ ਇਲੈਕਟ੍ਰਿਕ ਫੀਲਡ ਕਦੇ ਵੀ ਨਹੀਂ ਜਾ ਸਕਦਾ। ਇਹਦਾ ਮਤਲਬ ਆ ਦੋਨੋਂ ਤਾਂ ਗਲਤ ਨੇ। ਅੱਛਾ ਦੂਸਰਾ ਮੈਂ ਹੁਣ ਹੀ ਤੁਹਾਨੂੰ ਕੀ ਕਹਿ ਕੇ ਹਟਿਆਗਾ ਕਿ ਜਿਹੜੀਆਂ ਇਲੈਕਟ੍ਰਿਕ ਫੀਲਡ ਲਾਈਨਸ ਨੇ ਨਾ ਉਹ ਪਰਪੈਂਡੀਕੂਲਰ ਹੁੰਦੀਆਂ ਨੇ ਟੂ ਦਾ ਸਰਫੇਸ। ਪਹਿਲੀਆਂ ਦੋ ਲਾਈਨਾਂ ਪਰਪੈਂਡੀਕੂਲਰ ਹੈ ਨਹੀਂ,
देखो परपेंडिकुलर तो ਤੁਹਾਨੂੰ ਕਿਵੇਂ ਪਤਾ ਲੱਗੂਗਾ, ਮੰਨ ਲਓ ਜਿਵੇਂ ਤੁਹਾਡੇ ਕੋਲ ਇੱਕ ਸਰਕਲ ਹੈ, ਸਰਕਲ ਦਾ ਇੱਕ ਕੀ ਹੁੰਦਾ ਹੈ ਰੇਡੀਅਸ, ਹੈਨਾ। ਤੁਸੀਂ ਜਿਹੜੇ ਵੀ ਰੇਡੀਅਸ, ਜਿਹੜੇ ਮਤਲਬ ਜਿਹੜੀ ਲਾਈਨ ਸੈਂਟਰ ਚੋਂ ਪਾਸ ਹੋ ਰਹੀ ਹੋਊਗੀ, ਉਹ ਸਾਰੀਆਂ ਸਰਫੇਸ ਨਾਲ ਕਿੰਨਾ ਐਂਗਲ ਬਣਾਉਂਦੀਆਂ ਨੇ 90। ਕੀ ਤੁਸੀਂ ਫਸਟ ਲਾਈਨ ਚੈੱਕ ਕਰੋ, ਫਸਟ ਲਾਈਨ ਦਾ ਐਵੇਂ ਜਾ ਰਹੀ ਹੈ ਕਿ ਇਹ ਸੈਂਟਰ ਚੋਂ ਪਾਸ ਹੋ ਰਹੀ ਹੈ, ਆਨਸਰ ਹੈ नो। ਇਹਦਾ ਮਤਲਬ ਕੀ ਇਹ ਐਂਗਲ 90 ਬਣਾ ਰਹੀ ਹੋਊਗੀ, ਆਨਸਰ ਹੈ नो। ਸਿਮਿਲਰਲੀ ਸੈਕਿੰਡ ਚੈੱਕ ਕਰੋ, ਸੈਕਿੰਡ ਵੀ ਨਹੀਂ। ਜਿਹੜੀ ਫੋਰਥ ਲਾਈਨ ਹੈ ਨਾ, ਉਹ ਐਕਚੁਅਲ ਦੇ ਵਿੱਚ ਜੇ ਮੈਨੂੰ ਡਾਟਡ ਦੇ ਵਿੱਚ ਤੁਹਾਨੂੰ ਮੈਂ ਡਰਾ ਕਰਕੇ ਦਿਖਾਵਾਂ ਨਾ ਥੋੜਾ ਜਿਹਾ ਇਮੇਜਿਨੇਸ਼ਨ ਦੇ ਤੌਰ ਤੇ, ਇਹ ਕਿਤੇ ਨਾ ਕਿਤੇ ਸੈਂਟਰ ਚੋਂ ਪਾਸ ਹੋ ਰਹੀ ਹੈ। ਦੇਖੋ ਪੋਜ਼ਿਟਿਵ ਤੋਂ ਬਾਹਰ ਵੀ ਆ ਰਹੀ ਹੈ, ਇਹਦਾ ਮਤਲਬ ਆਹ ਵਾਲਾ ਜਿਹੜਾ ਐਂਗਲ ਹੈ ਨਾ ਇਹ 90 ਡਿਗਰੀ ਹੋਊਗਾ। ਸਿਮਿਲਰਲੀ ਜੇ ਤੁਸੀਂ ਇਸ ਲਾਈਨ ਨੂੰ ਥੋੜਾ ਜਿਹਾ ਡਾਟਡ ਬਣਾ ਕੇ ਦੇਖੋ ਨਾ, ਇਹ ਸੈਂਟਰ ਚੋਂ ਆ ਰਹੀ ਹੈ, ਇਹਦਾ ਮਤਲਬ ਆ ਵੀ ਐਂਗਲ ਕਿੰਨਾ ਹੋਊਗਾ 90 ਡਿਗਰੀ। ਇਹਦਾ ਮਤਲਬ ਐਕਚੁਅਲ ਦੇ ਵਿੱਚ ਇਸ ਡਾਇਗਰਾਮ ਦੇ ਅਕੋਰਡਿੰਗ ਜਿਹੜੀ ਬਿਲਕੁਲ ਸਹੀ ਡਾਇਗਰਾਮ ਹੈ, ਜਿਹੜੀ ਸਿਰਫ ਬਿਲਕੁਲ ਸਹੀ ਇਲੈਕਟ੍ਰਿਕ ਫੀਲਡ ਲਾਈਨ ਆ, ਉਹ ਫੋਰਥ ਵਾਲੀ ਹੈ। ਕਿਉਂਕਿ ਇਲੈਕਟ੍ਰਿਕ ਫੀਲਡ ਵਾਸਤੇ ਦੋ ਚੀਜ਼ਾਂ ਅਸੀਂ ਦੇਖਣੀਆਂ ਨੇ, ਪੋਜ਼ਿਟਿਵ ਤੋਂ ਬਾਹਰ ਜਾਂਦੀ ਹੈ ਹੁਣ ਨੈਗੇਟਿਵ ਦੇ ਵੱਲ, ਇਹ ਕੰਡੀਸ਼ਨ ਸਹੀ ਹੋ ਰਹੀ ਹੈ ਫੋਰਥ ਦੇ ਵਿੱਚ। ਦੂਸਰਾ ਇਲੈਕਟ੍ਰਿਕ ਫੀਲਡ ਲਾਈਨਸ ਕੀ ਹੋਣੀ ਚਾਹੀਦੀਆਂ ਨੇ ਸਰਫੇਸ ਤੋਂ ਪਰਪੈਂਡੀਕੂਲਰ, ਤੇ ਉਹ ਫੋਰਥ ਵਾਲੀ ਹੈ, ਬਾਕੀ ਤਿੰਨਾਂ ਚੋਂ ਕੋਈ ਨਹੀਂ। ਦੇਖੋ ਜੀ ਕਲੀਅਰ ਹੋਇਆ। ਸਰ ਜੋ ਸਰਫੇਸ ਸੈਂਟਰ ਦੇ ਵਿੱਚ ਹੋਊਗਾ ਉਸ ਤੋਂ ਦੇਖਣੀ ਹੈ ਵੀ ਪੈਂਡੀਕੂਲਰ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਅਸੀਂ ਨਾ ਸਰਫੇਸ ਤੋਂ 90 ਡਿਗਰੀ ਤੇ ਦੇਖਣਾ ਹੈ, ਤੇ 90 ਡਿਗਰੀ ਦੀ ਪਹਿਚਾਣ ਇਹੀ ਹੈ, ਉਹ ਤੁਸੀਂ ਕਿੰਨੀਆਂ ਵੀ ਲਾਈਨਾਂ ਡਰਾ ਕਰ ਲਓ, ਜਿਹੜੀਆਂ ਸੈਂਟਰ ਚੋਂ ਪਾਸ ਕਰ ਰਹੀਆਂ ਹੋਣਗੀਆਂ ਹਨਾ, ਉਹ ਹਮੇਸ਼ਾ ਸਰਫੇਸ ਨਾਲ ਕਿੰਨੇ ਦਾ ਐਂਗਲ ਬਣਾਉਣਗੀਆਂ 90 ਡਿਗਰੀ ਦਾ ਬਣਾਉਣਗੀਆਂ। ਬਾਕੀ ਜੇ ਤੁਸੀਂ ਕੋਈ ਵੀ ਲਾਈਨ ਐਵੇਂ ਡਰਾ ਕਰੋਗੇ ਨਾ ਲਾਈਕ ਦਿਸ ਐਨੀਵੇਅਰ, ਇਹ 90 ਡਿਗਰੀ ਦਾ ਐਂਗਲ ਕਦੇ ਨਹੀਂ ਬਣਾਉਂਦੇ ਸਰਫੇਸ ਨਾਲ। ਇਹ ਪਹਿਚਾਣ ਹੈ ਸਰਕਲ ਦੀ। ਸਰਕਲ ਦੇ ਅਗਰ ਸੈਂਟਰ ਦੇ ਵਿੱਚੋਂ ਕੋਈ ਲਾਈਨ ਪਾਸ ਕਰੇਗੀ ਦੈਨ ਉਹ ਡੈਫੀਨਿਟਲੀ ਉਸ ਸਰਫੇਸ ਨਾਲ ਐਂਗਲ ਕਿੰਨਾ ਬਣਾਏਗੀ 90 ਡਿਗਰੀ। ਜਿਹਦੀ ਐਗਜ਼ਾਮਪਲ ਤੁਸੀਂ ਰੇਡੀਅਸ ਤੋਂ ਦੇਖ ਸਕਦੇ ਹੋ, ਰੇਡੀਅਸ ਸਰਕਲ ਚੋਂ ਦੇ ਸੈਂਟਰ ਚੋਂ ਪਾਸ ਹੁੰਦਾ ਤੇ ਰੇਡੀਅਸ ਦਾ ਸਰਫੇਸ ਨਾਲ ਐਂਗਲ ਕਿੰਨਾ ਹੁੰਦਾ 90 ਡਿਗਰੀ। ਤਾਂ ਤੁਸੀਂ ਅੱਜ ਘਰੇ ਜਾ ਕੇ ਹੁਣ ਘਰੇ ਕੀ ਕਰਨਾਗਾ, ਤੁਹਾਡੇ ਕੋਲ ਬੁੱਕ ਹੋਏਗੀ, ਬੁੱਕ ਦੇ ਵਿੱਚ ਨਾ ਤੁਸੀਂ NCERT ਐਗਜ਼ਾਮਪਲਸ ਖੋਲਿਓ, ਉਹਦੇ ਬੈਕ ਸਾਈਡ ਤੇ ਦਿੱਤੀਆਂ ਹੋਣਗੀਆਂ ਤੁਹਾਨੂੰ, ਉਹਦੇ ਵਿੱਚ ਨਾ ਇਹੋ ਜਿਹੇ ਕੁਐਸਚਨਸ ਮਿਲਣਗੇ ਤੇ ਤੁਸੀਂ ਨਾ ਉਹਦੇ ਵਿੱਚੋਂ ਫਾਈਂਡ ਆਊਟ ਕਰਿਓ ਵੀ ਕਿਹੜੀ ਇਲੈਕਟ੍ਰਿਕ ਫੀਲਡ ਲਾਈਨ ਸਹੀ ਹੈ, ਕਿਹੜੀ ਇਲੈਕਟ੍ਰਿਕ ਫੀਲਡ ਲਾਈਨ ਗਲਤ ਹੈ। ਠੀਕ ਹੈ, ਉਹ ਕਿਉਂ ਗਲਤ ਹੈ, ਦੋ ਰੀਜ਼ਨ ਚੈੱਕ ਕਰਨੇ ਨੇ। ਇੱਕ ਤਾਂ ਇਲੈਕਟ੍ਰਿਕ ਫੀਲਡ ਲਾਈਨ ਪੋਜ਼ਿਟਿਵ ਤੋਂ ਨੈਗੇਟਿਵ ਜਾਣੀ ਚਾਹੀਦੀ ਹੈ, ਦੂਸਰਾ ਅਗਰ ਉਹ ਕੰਡਕਟਰ ਹੈ ਤਾਂ ਉਹਦੇ ਕੰਡਕਟਰ ਦੇ ਇਨਸਾਈਡ ਕਦੇ ਨਹੀਂ ਜਾ ਸਕਦੀ, ਤੀਸਰਾ ਉਹ ਇਲੈਕਟ੍ਰਿਕ ਫੀਲਡ ਲਾਈਨਸ ਜਿਹੜੀਆਂ ਉਹ ਸਰਫੇਸ ਤੋਂ ਕੀ ਹੋਣੀ ਚਾਹੀਦੀਆਂ ਨੇ ਪਰਪੈਂਡੀਕੂਲਰ। ਕਲੀਅਰ ਹੈ ਜੀ। Is it clear to all? Yes sir. ठीक है जी। ਤਾਂ ਤਾਂ ਅੱਜ ਸਰਫੇਸ ਹੈ ਉਹ ਇਨਸੂਲੇਟਰ ਹੁੰਦਾ। ਹਾਂਜੀ ਅਗਰ ਇਹ ਸਰਫੇਸ ਹੈ ਜਿਹੜਾ ਉਹ ਇਨਸੂਲੇਟਰ ਹੁੰਦਾ। ਹਾਂ ਵੈਰੀ ਗੁੱਡ। ਅਗਰ ਇਹ ਸਰਫੇਸ ਇਨਸੂਲੇਟਰ ਹੁੰਦਾ ਫਿਰ ਕੀ ਹੁੰਦਾ, ਫਿਰ ਉਹ ਇਲੈਕਟ੍ਰਿਕ ਫੀਲਡ ਲਾਈਨਸ ਉਹਦੇ ਵਿੱਚੋਂ ਉਹਦੀ ਪਾਸ ਕਰਦੀ ਹੋਈ ਦਿਖਾਈ ਦੇਣੀ ਸੀਗੀ, ਬਟ ਉਹ ਪਾਸ ਕਾਦੇ ਵਿੱਚੋਂ ਕਰਨੀ ਸੀ ਸੈਂਟਰ ਦੇ ਵਿੱਚੋਂ। ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਫਟਾਫਟ ਬਣਾ ਕੇ ਦਿਖਾਵਾਂ ਵੀ ਮੰਨ ਲਓ ਆ ਇਨਸੂਲੇਟਰ ਹੈ, ਐਵੇਂ ਸਪੋਜ਼ ਕਰ ਲਓ। ਠੀਕ ਹੈ, ਇਹ ਇਨਸੂਲੇਟਰ ਹੈ ਕੋਈ, ਤੇ ਇਸ ਸਾਈਡ ਆਪਾਂ ਕੋਈ ਇੱਕ ਪਲੇਟ ਲਗਾ ਦਿੰਦੇ ਹਾਂ ਪੋਜ਼ਿਟਿਵ, ਇਹ ਲਾ ਦਿੰਦੇ ਆਪਾਂ ਨੈਗੇਟਿਵ। ਇਹ ਪਲੇਟ ਕਿਹੜੀ ਹੈ ਪੋਜ਼ਿਟਿਵ ਹੈ, ਇਹ ਨੈਗੇਟਿਵ ਹੈ। ਤਾਂ ਇਹਦੇ ਜਿਹੜੀ ਇਲੈਕਟ੍ਰਿਕ ਫੀਲਡ ਲਾਈਨ ਜਾਣੀ ਸੀ ਨਾ ਉਹ ਕੁਛ ਐਵੇਂ ਜਾਂਦੀ ਹੈ ਲਾਈਕ ਦਿਸ। ਆ ਦੇਖੋ ਇਹ ਇਲੈਕਟ੍ਰਿਕ ਫੀਲਡ ਲਾਈਨ ਕਿਹਦੇ ਵਿੱਚੋਂ ਪਾਸ ਹੋ ਰਹੀ ਹੈ, ਇਹਦੇ ਸੈਂਟਰ ਚੋਂ ਪਾਸ ਹੋ ਰਹੀ ਹੈ ਲਾਈਕ ਦਿਸ। ਇਹਦਾ ਫਿਰ ਇਹਦਾ ਮਤਲਬ ਆਹ ਵਾਲਾ ਐਂਗਲ ਹੈ ਜਿਹੜਾ ਉਹ ਕਿੰਨਾ ਹੋਊਗਾ, ਉਹ 90 ਡਿਗਰੀ ਹੋਊਗਾ। ਹਾਂ ਕੁਐਸਚਨ ਵੈਰੀ ਗੁੱਡ। ਜੇ ਸ਼ੇਪ ਹੋਰ ਹੋਵੇ ਹਨਾ, ਜੇ ਕੋਈ ਸ਼ੇਪ ਹੋਰ ਹੋਵੇ ਨਾ ਤਾਂ ਤੁਹਾਨੂੰ ਉਸ ਸ਼ੇਪ ਦੇ ਅਕੋਰਡਿੰਗ ਸੋਚਣਾ ਪਊਗਾ ਕਿ ਇਹ ਸਰਫੇਸ ਦੇ ਨਾਲ 90 ਡਿਗਰੀ ਦਾ ਐਂਗਲ ਬਣਾ ਰਹੀ ਹੈ। ਜੇ ਬਣਾ ਰਹੀ ਹੈ ਤਾਂ ਸਹੀ ਹੈ, ਅਦਰਵਾਈਜ਼ ਨਹੀਂ। ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਆਪਣੀ ਨਾ ਬੁੱਕ ਅੱਜ ਚੱਕ ਕੇ ਨਾ ਉਹਦੇ ਵਿੱਚ ਕੁਐਸਚਨਸ ਡਿਫਰੈਂਟ ਕੁਐਸਚਨਸ ਫਾਈਂਡ ਆਊਟ ਕਰਿਓ ਤੇ ਫਿਰ ਦੇਖਿਓ, ਫਿਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਸ ਤਰੀਕੇ ਨਾਲ ਅਸੀਂ ਦੇਖਣਾ। ਠੀਕ ਹੈ ਜੀ, ਅੱਜ ਦੇ ਲਈ ਇੰਨਾ ਹੀ ਕਰਾਂਗੇ। ਨੈਕਸਟ ਕਲਾਸ ਦੇ ਵਿੱਚ ਅਸੀਂ ਅੱਗੇ ਪ੍ਰੋਸੀਡ ਕਰਾਂਗੇ। ਥੈਂਕ ਯੂ, ਟੇਕ ਕੇਅਰ।